ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨਾ, ਸਿਮਰੋ ਅੰਗਦ ਦੁਖ ਨਿਕੰਦਨਾ, ਅਮਰਦਾਸ ਗੁਰ ਹਿਰਦੈ ਤੇ ਆਵੋ, ਹਿਰਦੈ ਤੇ ਆਵੋ, ਰਾਮਦਾਸ ਗੁਣ ਗਾਵੋ। ਸ਼੍ਰੀ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ, ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੌਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ, ਗੁਰੂ ਗ੍ਰੰਥ ਸਾਹਿਬ ਓਦਦ, ਬੰਦਾ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨਾ, ਜੀਤੇ ਪੰਚ ਵਿਕਾਰ, ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਤਾਰ, ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ, ਰਹਿਮਤਾਂ ਦੇ ਸਾਗਰ, ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਦਰਬਾਰ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਆਓ ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਗਿਆ ਪਾਉਂਦੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਵਿੱਤਰ ਇਤਿਹਾਸ ਸ਼੍ਰਵਣ ਕਰ ਰਹੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੇ ਪਾਸ ਭਾਈ ਡੱਲੇ ਵਰਗੇ, ਭਾਈ ਭਗੀਰਥ ਵਰਗੇ, ਭਾਈ ਜਾਪੂ ਵਰਗੇ ਆਦਿਕ ਗੁਰਸਿੱਖ ਪਹੁੰਚੇ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਹੈ, ਮਹਾਰਾਜ ਨਾਮ ਜਪਣ ਦੀ ਕੀ ਵਡਿਆਈ ਹੈ, ਨਾਮ ਜਪਣ ਦੀ ਕੀ ਮਹਿਮਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਗੁਰਸਿੱਖਾਂ ਨੂੰ ਸਮਝਾ ਰਹੇ ਨੇ। ਮਹਾਰਾਜ ਕਹਿੰਦੇ, ਅੰਤਰ ਬਾਹਰ ਨਿਰੰਤਰ ਵਿਆਪਿਓ, ਜਹ ਨਰਕ ਜੇ ਨਾਮ ਨਾ ਜਾਪਿਓ, ਜਾਹੇ ਨਰਕ ਜੇ ਨਾਮ ਨਾ ਜਾਪਿਓ। ਮਹਾਰਾਜ ਕਹਿੰਦੇ, ਭਾਈ ਜਿਸ ਪਰਮੇਸ਼ਰ ਦਾ ਨਾਮ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ, ਮਹਾਰਾਜ ਕਹਿੰਦੇ ਜਿਹੜੇ ਫਿਰ ਉਸ ਦਾ ਨਾਮ ਨਹੀਂ ਜਪਦੇ ਉਹ ਨਰਕ ਸੁਧਾਰਦੇ ਨੇ। ਜਿਨ ਸਤ ਨਾਮ ਜਪਿਓ ਕਰ ਪ੍ਰੇਮ, ਅੰਤਰਹ ਕਰਨ ਬਿਮਲ ਤਨਸ਼ੇ। ਤੇ ਜਿਨ੍ਹਾਂ ਨੇ ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਉਸ ਵਾਹਿਗੁਰੂ ਨੂੰ ਜਪਣਾ ਕੀਤਾ ਹੈ, ਉਹਨਾਂ ਦਾ ਮਨ ਨਿਰਮਲ ਹੋਇਆ ਹੈ ਤੇ ਅੰਤਲੇ ਸਮੇਂ ਮੁਕਤੀ ਪ੍ਰਾਪਤ ਹੋਈ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜਾ ਆਪ ਜੀਆਂ ਨੇ ਇਹ ਨਾਮ ਰੂਪੀ ਪੁਲ ਬਣਾਇਆ ਹੈ, ਮਹਾਰਾਜ ਇਹਨਾਂ ਉੱਪਰੋਂ ਕੌਣ ਲੋਕ ਲੰਘਣਗੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸਣ ਲੱਗੇ, ਭਾਈ ਜਿਨ੍ਹਾਂ ਕੋਲ ਮਨ ਰੂਪੀ ਅੱਖਾਂ ਨਹੀਂ, ਜਿਹੜੇ ਮਨ ਕਰਕੇ ਅੰਨੇ ਹਨ, ਜਿਨ੍ਹਾਂ ਕੋਲ ਮਨ ਰੂਪੀ ਲੱਤਾਂ ਨਹੀਂ, ਜਿਹੜੇ ਮਨ ਕਰਕੇ ਪਿੰਗਲੇ ਹਨ, ਜਿਨ੍ਹਾਂ ਕੋਲ ਮਨ ਰੂਪੀ ਹੱਥ ਨਹੀਂ, ਜਿਹੜੇ ਮਨ ਕਰਕੇ ਟੁੰਡੇ ਹਨ। ਇਸ ਲਈ ਜਿਹੜੇ ਲੂਲੇ ਲੰਗਲੇ ਪਿੰਗਲੇ ਆਦਿਕ ਮਹਾਰਾਜ ਕਹਿੰਦੇ, ਭਾਈ ਉਹਨਾਂ ਵਾਸਤੇ ਅਸੀਂ ਨਾਮ ਰੂਪੀ ਪੁਲ ਬਣਾਇਆ ਹੈ। ਜਿਹੜੇ ਵਿਸ਼ੇ ਵਿਕਾਰਾਂ ਦੀਆਂ ਸੱਟਾਂ ਖਾ ਖਾ ਕੇ ਬੇਹਾਲ ਹੋਏ ਬੈਠੇ ਨੇ, ਜੇਕਰ ਘੜੀ ਦੋ ਘੜੀ ਨਾਮ ਜਪਣ ਤੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਣਗੇ। ਐਸਾ ਉਪਦੇਸ਼ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰਸਿੱਖਾਂ ਤਾਈਂ ਦਿੱਤਾ। ਮਹਾਰਾਜ ਕਹਿੰਦੇ, ਪਾਪੀ ਪੁੰਨੀ ਮੂੜ ਸੁਜਾਨ, ਪਾਰ ਪਰਹਿ ਕਰ ਭਗਤ ਮਹਾਨ। ਭਾਵੇਂ ਉਹ ਆਪਣੇ ਆਪ ਨੂੰ ਪਾਪੀ ਸਮਝਦੇ ਨੇ, ਪੁੰਨੀ ਸਮਝਦੇ ਨੇ, ਮੂਰਖ ਸਮਝਦੇ ਨੇ ਜਾਂ ਬੜੇ ਸਿਆਣੇ ਸਮਝਦੇ ਨੇ, ਪਾਰ ਪਰਹਿ ਕਰ ਭਗਤ ਮਹਾਨ। ਜਿਹੜੀ ਮਹਾਨ ਸ਼ਕਤੀ ਹੈ ਪਰਮੇਸ਼ਰ ਦੀ ਭਗਤੀ ਕਰਨਾ, ਨਾਮ ਜਪਣਾ, ਸਤਸੰਗਤ ਕਰਨਾ, ਇਸ ਦਾ ਸਹਾਰਾ ਲੈ ਕਰਕੇ ਮਹਾਰਾਜ ਕਹਿੰਦੇ, ਭਾਈ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਣਗੇ। ਜਾਤੇ ਤੁਮ ਸਿਮਰੋ ਸਤਨਾਮ, ਰਹੀਐ ਸਤਸੰਗਤ ਕੀ ਸ਼ਾਨ। ਮਹਾਰਾਜ ਕਹਿੰਦੇ, ਭਾਈ ਡੱਲੇ, ਭਾਈ ਭਗੀਰਥ, ਤੁਸੀਂ ਵੀ ਉਸ ਵਾਹਿਗੁਰੂ ਦਾ ਨਾਮ ਜਪਣਾ ਕਰੋ, ਹਰ ਰੋਜ਼ ਸਤਸੰਗਤ ਕਰਿਓ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਜਾਵੇਗਾ। ਸੱਚੇ ਸਤਿਗੁਰਾਂ ਦੇ ਹੁਕਮਾਂ ਨੂੰ ਸੁਣ ਕਰਕੇ ਸੰਗਤ ਜੀ ਇਹ ਗੁਰੂ ਕੇ ਸਿੱਖ ਹਰ ਰੋਜ਼ ਸਤਸੰਗਤ ਕਰਨ ਲੱਗੇ, ਨਾਮ ਜਪਣ ਲੱਗੇ। ਹੋਏ ਇਕਾਂਤ ਤਬ ਹਰ ਹਰ ਪੜ੍ਹ। ਤੇ ਇਕਾਂਤ ਜਗ੍ਹਾ ਦੇ ਵਿੱਚ ਬੈਠ ਕਰਕੇ ਸੰਗਤ ਜੀ ਵਾਹਿਗੁਰੂ ਜਪਦੇ ਨੇ। ਸ਼੍ਰੀ ਅਰਜਨ ਕੋ ਸੇਵਤ ਰਹਿ, ਅੰਤ ਕਾਲ ਮਹਿ ਸੁਧ ਪਦ ਲਹਿ।
ਜਿੰਨਾ ਸਮਾਂ ਸਵਾਸ ਇਹਨਾਂ ਦੇ ਸਰੀਰ ਵਿੱਚ ਚੱਲਦੇ ਰਹੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਗਏ। ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਸੇਵਾ ਸਿਮਰਨ ਕੀਤਾ। ਤੇ ਜਦੋਂ ਅੰਤ ਕਾਲ ਅੰਤਲਾ ਸਮਾਂ ਆਇਆ, ਸੰਗਤ ਜੀ ਫਿਰ ਬੜੀ ਉੱਚੀ ਪਦਵੀ ਪ੍ਰਾਪਤ ਹੋਈ। ਸੱਚੇ ਸਤਿਗੁਰਾਂ ਨੇ 84 ਲੱਖ ਜੂਨਾਂ ਦੇ ਬੰਧਨ ਵਿੱਚੋਂ ਕੱਢ ਕਰਕੇ ਆਪਣੇ ਚਰਨਾਂ ਦੀ ਸ਼ਰਨ ਬਖਸ਼ੀ ਹੈ। ਐਸੀ ਮਹਿਮਾ ਕੱਲ੍ਹ ਦਿਆਂ ਦੀਵਾਨਾਂ ਵਿੱਚ ਕਵੀ ਸੰਤੋਖ ਸਿੰਘ ਜੀਆਂ ਨੇ ਨਾਮ ਜਪਣ ਵਾਲਿਆਂ ਦੀ, ਸਤ ਸੰਗਤ ਕਰਨ ਵਾਲਿਆਂ ਦੀ, ਸੇਵਾ ਸਿਮਰਨ ਕਰਨ ਵਾਲਿਆਂ ਦੀ ਕੀਤੀ ਸੀ। ਆਓ ਜਿਸ ਪ੍ਰਕਾਰ ਅਗਲਾ ਅਧਿਆਇ ਆਰੰਭ ਹੁੰਦਾ ਹੈ, ਮਨ ਚਿਤ ਬਿਰਤੀਆਂ ਇਕਾਗਰ ਕਰੀਏ। ਸ਼ਰਧਾ ਭਾਵਨਾ ਦੇ ਨਾਲ ਸੱਚੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮੂਲਾ ਸੂਜਾ ਧਾਵਨੇ, ਚੰਦੂ ਚੌਜੜ ਆਸ। ਰਾਮਦਾਸ ਭੰਡਾਰੀਆ, ਬਾਲਾ ਸਾਈਂ ਦਾਸ। ਮੂਲਾ ਸੂਜਾ ਧਾਵਨੇ, ਚੰਦੂ ਚੌਜੜ ਆਸ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀਆਂ ਵਿਖੇ ਇਹ ਗੁਰੂ ਕੇ ਸਿੱਖ ਪਹੁੰਚੇ ਹਨ, ਜਿਨ੍ਹਾਂ ਵਿੱਚ ਭਾਈ ਮੂਲਾ ਜੀ ਹੈ, ਭਾਈ ਸੂਜਾ ਜੀ ਹੈ, ਜਿਹੜੇ ਧਾਵਣੇ ਜਾਤ ਗੋਤ ਦੇ ਹਨ। ਤੀਸਰੇ ਭਾਈ ਚੰਦੂ ਜੀ ਹਨ, ਜਿਹੜੇ ਚੌਂਚੜ ਗੋਤ ਦੇ ਹਨ, ਜਾਤ ਦੇ ਹਨ। ਰਾਮਦਾਸ ਭੰਡਾਰੀਆ, ਬਾਲਾ ਸਾਈਂ ਦਾਸ। ਫਿਰ ਚੌਥੇ ਸੰਗਤ ਜੀ ਭਾਈ ਰਾਮਦਾਸ ਜੀ ਪਹੁੰਚੇ ਨੇ, ਔਰ ਪੰਜਵੇਂ ਭਾਈ ਬਾਲਾ ਜੀ, ਛੇਵੇਂ ਭਾਈ ਸਾਈਂ ਦਾਸ ਜੀ। ਇਹ 6 ਗੁਰਸਿੱਖ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਨ। ਚੌਪਈ ਖਸਟ ਮਿਲੇ ਸ੍ਰੀ ਅਰਜਨ ਪਾਸ। 6 ਗੁਰਸਿੱਖ ਆ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਮਿਲਣਾ ਕੀਤੇ ਨੇ। ਭਗਬੰਧਨ ਕੀਨੀ ਅਰਦਾਸ। ਹੱਥ ਜੋੜ ਕਰਕੇ ਛਿਆਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨ ਪਰਸੇ ਨਮਸਕਾਰ ਕੀਤੀ, ਔਰ ਫਿਰ ਸੰਗਤ ਜੀ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਅਰਦਾਸ ਬੇਨਤੀ ਕਰਦੇ ਨੇ। ਗੁਰੂ ਗਰੀਬ ਨਿਵਾਜ ਜੇ ਪ੍ਰਾਨੀ। ਬੇਨਤੀ ਕੀਤੀ ਹੈ, ਆਪਣਾ ਸਵਾਲ ਕੀਤਾ ਹੈ, ਮਹਾਰਾਜ ਆਪ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਹਰ ਇੱਕ ਦੀਆਂ ਬੇਨਤੀਆਂ ਸੁਣ ਕਰਕੇ, ਸਵਾਲਾਂ ਨੂੰ ਸੁਣ ਕਰਕੇ ਮਹਾਰਾਜ ਬੜਾ ਸੁੰਦਰ ਉੱਤਰ ਦਿੰਦੇ ਹੋ। ਆਪ ਜੀਆਂ ਦੇ ਉੱਤਰ ਦੇ ਵਿੱਚ ਵੀ ਐਸਾ ਉਪਦੇਸ਼ ਹੈ ਕਿ ਜੇਕਰ ਮਨੁੱਖ ਸ਼ਰਧਾ ਭਾਵਨਾ ਦੇ ਨਾਲ ਆਪ ਜੀਆਂ ਦਾ ਉਪਦੇਸ਼ ਸੁਣ ਲਵੇ ਤੇ ਲੋਕ ਪ੍ਰਲੋਕ ਸਵਰ ਜਾਂਦਾ ਹੈ। ਕਹਿਣ ਲੱਗੇ ਗੁਰੂ ਗਰੀਬ ਨਿਵਾਜ ਜੇ ਪ੍ਰਾਨੀ। ਗਰੀਬਾਂ ਨੂੰ ਨਿਵਾਜਣ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜੋ 84 ਲੱਖ ਜੂਨਾਂ ਨੂੰ ਭੋਗ ਕਰਕੇ ਮਨੁੱਖ ਪ੍ਰਾਣੀ ਬੰਦਾ ਇਸ ਧਰਤੀ ਤੇ ਆਇਆ ਹੈ। ਕਰਮ ਕਰਤ ਦਵੈ ਬਿਦ ਸਭ ਜਾਨੀ। 2 ਤਰੀਕਿਆਂ ਦੇ ਇਹ ਕਰਮ ਕਰਦਾ ਹੈ। ਮਨੁੱਖ ਹਮੇਸ਼ਾ 2 ਤਰੀਕਿਆਂ ਦੇ ਕਰਮ ਕਰਦਾ ਹੈ ਸੰਗਤ ਜੀ। ਇੱਕ ਵੇਹਤ ਕਰਮ ਹੁੰਦੇ ਨੇ, ਇੱਕ ਅਵੇਹਤ ਕਰਮ ਹੁੰਦੇ ਨੇ। ਵੇਹਤ ਕਰਮ ਉਹ ਹੁੰਦੇ ਨੇ ਜਿਨ੍ਹਾਂ ਨੂੰ ਵਧੀਆ ਕਰਮ ਕਿਹਾ ਜਾਂਦਾ ਹੈ, ਚੰਗੇ ਕਰਮ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਪੀਰ ਪੈਗੰਬਰ ਆਦਿਕ ਗ੍ਰੰਥ ਵੇਦ ਕਰਨ ਲਈ ਕਹਿੰਦੇ ਨੇ। ਇੱਕ ਸੰਗਤ ਜੀ ਅਵੇਹਤ ਕਰਮ ਹੁੰਦੇ ਨੇ, ਜਿਹੜੇ ਬਿਲਕੁਲ ਹੀ ਮਾੜੇ ਕਰਮ ਹਨ, ਜਿਨ੍ਹਾਂ ਤੋਂ ਗੁਰੂ ਪੀਰ ਪੈਗੰਬਰ ਸਾਧੂ ਸੰਤ ਆਦਿਕ ਰੋਕਦੇ ਹਨ, ਭਾਈ ਇਹ ਕਰਮ ਨਹੀਂ ਕਰਨੇ। ਜਿਹੜੇ ਵੇਹਤ ਕਰਮ ਹੁੰਦੇ ਨੇ ਸੰਗਤ ਜੀ, ਉਹ 5 ਪ੍ਰਕਾਰ ਦੇ ਹੁੰਦੇ ਨੇ। ਜੋ ਪਹਿਲਾ ਕਰਮ ਹੈ ਉਸ ਨੂੰ ਸੰਗਤ ਜੀ ਨਿਤ ਕਰਮ ਕਿਹਾ ਜਾਂਦਾ ਹੈ।
ਜਿਹੜਾ ਨਿਤ ਦੀ ਤਰ੍ਹਾਂ ਮਨੁੱਖ ਕਰਦਾ ਹੈ। ਨਿਤ ਕਰਮ ਕਿਹੜਾ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਾਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਲ। ਕਿ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠੇ ਗੁਰਬਾਣੀ ਪੜ੍ਹੇ ਗੁਰੂ ਕੇ ਦਰਸ਼ਨ ਕਰੇ ਸਤ ਸੰਗਤ ਕਰੇ ਔਰ ਦਸਾਂ ਨੌਹਾਂ ਦੀ ਕਿਰਤ ਕਰੇ। ਇਹ ਸੰਗਤ ਜੀ ਹੈ ਨਿਤ ਕਰਮ। ਦੂਸਰਾ ਕਰਮ ਜੋ ਹੋਇਆ ਉਸ ਨੂੰ ਨਿਮਿਤ ਕਰਮ ਕਿਹਾ ਜਾਂਦਾ ਹੈ। ਨਿਮਿਤ ਕਰਮ ਸੰਗਤ ਜੀ ਇਹ ਹੈ ਜੋ ਕੋਈ ਖਾਸ ਦਿਹਾੜਿਆਂ ਦੇ ਪ੍ਰਥਾਏ ਕੀਤਾ ਜਾਵੇ। ਜਿਵੇਂ ਅੱਗੇ ਦੀਵਾਲੀ ਆ ਰਹੀ ਹੈ, ਬੰਦੀ ਛੋੜ ਦਿਵਸ ਆ ਰਿਹਾ ਹੈ, ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਗੁਰਪੁਰਬ ਆਵੇਗਾ, ਅੱਗੇ ਜਾ ਕਰਕੇ ਸ਼ਹੀਦੀ ਜੋੜ ਮੇਲੇ ਆਉਣਗੇ, ਗੁਰੂ ਕਲਗੀਧਰ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਆਵੇਗਾ। ਉਹਨਾਂ ਦੇ ਪ੍ਰਥਾਏ ਸਤ ਸੰਗਤ ਕਰਨੀ, ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨੀ, ਗੁਰੂ ਕੇ ਲੰਗਰ ਲਾਉਣੇ ਆਦਿਕ, ਇਹਨਾਂ ਨੂੰ ਕਿਹਾ ਜਾਂਦਾ ਹੈ ਨਿਮਿਤ ਕਰਮ, ਜਿਹੜੇ ਕਿਸੇ ਖਾਸ ਦਿਹਾੜੇ ਦੇ ਪ੍ਰਥਾਏ ਕੀਤੇ ਜਾਣ। ਇੱਕ ਹੁੰਦੇ ਨੇ ਸੰਗਤ ਜੀ ਸਕਾਮ ਕਰਮ। ਤੀਸਰੇ ਸਕਾਮ ਕਰਮ ਕਿਹਾ ਜਾਂਦਾ ਹੈ ਜੋ ਸਹਿਤ ਕਾਮਨਾ ਦੇ ਕੀਤੇ ਜਾਣ। ਕਿ ਦੁੱਧ ਪੁੱਤ ਦੀਆਂ ਦਾਤਾਂ ਨੂੰ ਲੈ ਕਰਕੇ, ਧੀ ਪੁੱਤਰਾਂ ਦੇ ਅਨੰਦ ਕਾਰਜਾਂ ਦੀਆਂ ਦਾਤਾਂ ਨੂੰ ਲੈ ਕਰਕੇ, ਰੋਗਾਂ ਸੋਗਾਂ ਦੇ ਨਾਸ਼ ਨੂੰ ਲੈ ਕਰਕੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਉਣੇ, ਸ਼੍ਰੀ ਸਹਿਜ ਪਾਠ ਕਰਵਾਉਣੇ ਆਦਿਕ। ਕਿ ਮਹਾਰਾਜ ਸਾਡਾ ਇਹ ਜੋ ਸੁੱਖ ਹੈ ਪੂਰੀ ਹੋ ਜਾਵੇ, ਅਸੀਂ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਵਾਂਗੇ, ਸ਼੍ਰੀ ਸਹਿਜ ਪਾਠ ਕਰਵਾਵਾਂਗੇ। ਉਹਨਾਂ ਨੂੰ ਸਕਾਮ ਕਰਮ ਕਿਹਾ ਜਾਂਦਾ ਹੈ ਜੋ ਸਹਿਤ ਕਾਮਨਾ ਦੇ ਕੀਤੇ ਜਾਂਦੇ ਨੇ। ਇੱਕ ਸੰਗਤ ਜੀ ਨਿਸ਼ਕਾਮ ਕਰਮ ਹੁੰਦੇ ਨੇ ਜਿਹਦੇ ਵਿੱਚ ਕੇਵਲ ਗੁਰੂ ਦੀ ਖੁਸ਼ੀ ਹੁੰਦੀ ਹੈ। ਕੋਈ ਸੰਗਤ ਜੀ ਮੰਗ ਨਹੀਂ ਹੁੰਦੀ, ਕੋਈ ਸੁੱਖ ਨਹੀਂ ਹੁੰਦੀ, ਕੇਵਲ ਗੁਰੂ ਕੇ ਬਚਨ ਕਮਾਉਣੇ ਹਨ। ਕਿ ਸਤ ਸੰਗਤ ਕਰਨ ਨੂੰ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਆਖਿਆ ਹੈ, ਇਸ ਲਈ ਸਤ ਸੰਗਤ ਕਰਨੀ ਹੈ। ਸਤ ਸੰਗਤ ਕਰਨ ਵਾਸਤੇ, ਸੇਵਾ ਸਿਮਰਨ ਕਰਨ ਵਾਸਤੇ ਸਾਡੇ ਗੁਰੂਆਂ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ। ਇਸ ਲਈ ਨਾਮ ਜਪਣਾ ਹੈ, ਸੇਵਾ ਸਿਮਰਨ ਕਰਨੀ ਹੈ। ਇਹ ਸੰਗਤ ਜੀ ਹੈ ਨਿਸ਼ਕਾਮ ਕਰਮ। ਤੇ ਨਿਸ਼ਕਾਮ ਕਰਮ ਕਰਦਿਆਂ ਕਰਦਿਆਂ ਪ੍ਰਾਪਤੀ ਕੀ ਹੁੰਦੀ ਹੈ? ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜੋ ਬਿਨਾਂ ਕਿਸੇ ਭਾਵਨਾ ਤੋਂ ਸੰਗਤ ਜੀ ਗੁਰੂ ਦੀਆਂ ਖੁਸ਼ੀਆਂ ਵਾਸਤੇ ਸੇਵਾ ਕਰੇ, ਸਿਮਰਨ ਕਰੇ, ਨਾਮ ਜਪੇ, ਸਤ ਸੰਗਤ ਕਰੇ, ਉਹਨੂੰ ਫਿਰ ਮਹਾਰਾਜ ਦੀ ਪ੍ਰਾਪਤੀ ਹੋ ਜਾਂਦੀ ਹੈ, ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਹਨ ਨਿਸ਼ਕਾਮ ਕਰਮ। ਔਰ ਸੰਗਤ ਜੀ ਜਿਹੜੇ ਅਗਲੇ ਕਰਮ ਹਨ ਪੰਜਵੇਂ, ਉਹਨਾਂ ਨੂੰ ਪ੍ਰਾਸ਼ਚਿਤ ਕਰਮ ਕਿਹਾ ਜਾਂਦਾ ਹੈ। ਪ੍ਰਾਸ਼ਚਿਤ ਕਰਮ ਹੁੰਦੇ ਹਨ ਜੇਕਰ ਕੋਈ ਜੀਵਨ ਅੰਦਰ ਭੁੱਲ ਕੀਤੀ ਹੋਵੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਆ ਕਰਕੇ ਅਰਦਾਸ ਕਰਵਾਉਣੀ ਕਿ ਜੀਵਨ ਅੰਦਰ ਹੋਈਆਂ ਭੁੱਲਾਂ ਬਖਸ਼ ਲਵੋ, ਜਾਂ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ, ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕਰਕੇ ਆਪਣੀ ਭੁੱਲ ਬਖਸ਼ਾਉਣੀ। ਜਿਵੇਂ ਕਿ 4 ਬੱਜਰ ਕ੍ਰੈਤਾਂ ਹਨ, 5 ਵਿਕਾਰ ਹਨ, ਇਹਨਾਂ ਦੇ ਵਸ ਹੋ ਕਰਕੇ ਕੋਈ ਕਰਮ ਕੀਤਾ ਜਾਵੇ, ਫਿਰ ਭੁੱਲ ਬਖਸ਼ਾਉਣੀ, ਉਸ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਇਸ ਲਈ ਸੰਗਤ ਜੀ ਇਹ 2 ਤਰ੍ਹਾਂ ਦੇ ਕਰਮ ਹੁੰਦੇ ਨੇ, ਇੱਕ ਵੇਹਤ ਕਰਮ ਹੁੰਦੇ ਨੇ ਔਰ ਇੱਕ ਅਵੇਹਤ ਕਰਮ ਹੁੰਦੇ ਨੇ। ਇੱਦਾਂ ਹੀ ਭਾਈ ਮੂਲਾ ਜੀ, ਭਾਈ ਸੂਜਾ ਜੀ, ਭਾਈ ਚੰਦੂ ਜੀ, ਰਮਦਾਸ ਜੀ, ਬਾਲਾ ਜੀ, ਸਾਈਂ ਦਾਸ ਜੀ, ਇਹ ਸਾਰਿਆਂ ਨੇ ਆ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਬੇਨਤੀ ਕੀਤੀ ਹੈ, ਮਹਾਰਾਜ ਜੋ 84 ਲੱਖ ਜੂਨਾਂ ਨੂੰ ਭੋਗ ਕਰਕੇ ਮਨੁੱਖਾ ਜੀਵਨ ਪ੍ਰਾਪਤ ਹੁੰਦਾ ਹੈ ਤੇ ਮਨੁੱਖ ਆਪਣੇ ਜੀਵਨ ਅੰਦਰ ਕਰਮ ਕਾਤ ਦੁਇ ਵਿਧ ਸਭ ਜਾਣੇ, 2 ਤਰ੍ਹਾਂ ਦੇ ਕਰਮ ਕਰਦਾ ਹੈ। ਧਰਮ ਰਾਏ ਕੇ ਢਿਗ ਸਭ ਕੋਏ। ਤੇ ਫਿਰ ਦੋਹਾਂ ਕਰਮਾਂ ਦਾ ਹੀ ਜੋ ਲੇਖਾ ਜੋਖਾ ਹੈ ਉਹ ਧਰਮ ਰਾਜੇ ਦੇ ਕੋਲ ਜਾ ਕੇ ਮਨੁੱਖ ਨੂੰ ਦੇਣਾ ਪੈਂਦਾ ਹੈ। ਇੱਕ ਚੰਗੇ ਕਰਮ ਹੁੰਦੇ ਨੇ, ਉਹਨਾਂ ਦਾ ਵੀ ਲੇਖਾ ਦੇਣਾ ਹੈ, ਔਰ ਇੱਕ ਮਾੜੇ ਕਰਮ ਹੁੰਦੇ ਨੇ, ਉਹਨਾਂ ਦਾ ਵੀ ਲੇਖਾ ਦੇਣਾ ਪੈਂਦਾ ਹੈ ਜੀ। ਪਾਪ ਪੁੰਨ ਕੋ ਲੇਖਾ ਹੋਏ। ਧਰਮ ਰਾਜੇ ਦੀ ਕਚਹਿਰੀ ਵਿੱਚ ਜਾ ਕਰਕੇ ਪਾਪਾਂ ਔਰ ਪੁੰਨਾਂ ਦਾ ਲੇਖਾ ਜੋਖਾ ਹੁੰਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਿਹੜੇ ਤੇ ਚੰਗੇ ਕਰਮਾਂ ਵਾਲੇ ਹੁੰਦੇ ਨੇ
ਉਹਨਾਂ ਦੇ ਤੇ ਕਾਗਜ਼ ਪਾੜ ਦਿੰਦਾ ਹੈ ਧਰਮਰਾਜ। ਤੇ ਫਿਰ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਜਿਵੇਂ ਆੜ੍ਹਤੀਏ ਦੀ ਦੁਕਾਨ ਤੇ ਜਾਈਏ ਤੇ ਉਹ ਵੇਖ ਕੇ ਹੀ ਵਾਹੀ ਕੱਢ ਲੈਂਦਾ ਹੈ, ਵਿੱਚੋਂ ਨਾਮ ਲੱਭ ਕੇ ਦੱਸ ਦਿੰਦਾ ਹੈ, ਇੰਨਾ ਲੇਖਾ ਜੋਖਾ, ਇੰਨੀ ਰਕਮ ਬਾਕੀ ਹੈ, ਇੰਨਾ ਸਿਰ ਕਰਜ਼ਾ ਹੈ, ਜਾਂ ਇੰਨੇ ਤੁਸੀਂ ਲੈਣੇ ਹਨ। ਏਦਾਂ ਹੀ ਧਰਮ ਰਾਜਾ ਜਦੋਂ ਬੰਦਾ ਲੋਕ ਤੋਂ ਪਰਲੋਕ ਸੁਧਾਰਦਾ ਹੈ, ਉਹ ਫਿਰ ਵਾਹੀ ਨੂੰ ਕੱਢਦਾ ਹੈ, ਜਿਹਦੇ ਤੇ ਪਾਪਾਂ ਪੁੰਨਾਂ ਦਾ ਲੇਖਾ ਹੁੰਦਾ ਹੈ। ਉੱਥੇ ਜਾ ਕਰਕੇ ਮਨੁੱਖ ਨੂੰ ਪਾਪਾਂ ਦਾ ਵੀ ਔਰ ਪੁੰਨਾਂ ਦਾ ਵੀ ਲੇਖਾ ਦੇਣਾ ਪੈਂਦਾ ਹੈ ਜੀ। ਫਲ ਦੁਨਹਨ ਕੀ ਨਿਆਰੇ ਨਿਆਰੇ। ਮਹਾਰਾਜ ਫਿਰ ਦੋਨਾਂ ਕਰਮਾਂ ਦੇ ਹੀ ਜੋ ਫਲ ਹਨ, ਇਹ ਬੜੇ ਵੱਖੋ ਵੱਖਰੇ ਨੇ। ਜੇਕਰ ਕੋਈ ਚੰਗੇ ਕਰਮ ਕਰਦਾ ਹੈ ਤੇ ਬੜੇ ਸੁੱਖ ਭੋਗਦਾ ਹੈ, ਜੇਕਰ ਕੋਈ ਮਾੜੇ ਕਰਮ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਭਾਈ ਦੁੱਖ ਭੋਗਦਾ ਹੈ। ਇਸ ਲਈ ਜੋ ਬੀਜਿਆ ਹੈ ਸੋ ਹੀ ਵੱਢਣਾ ਹੈ। ਆਪਣੇ ਕਰਮ ਹਨ, ਜੀਵਨ ਅੰਦਰ ਦੁੱਖ ਆਉਂਦੇ ਨੇ, ਇਹ ਵੀ ਕੀਤੇ ਹੋਏ ਕਰਮ ਹਨ। ਜੀਵਨ ਅੰਦਰ ਸੁੱਖ ਆਉਂਦੇ ਨੇ, ਇਹ ਵੀ ਕੀਤੇ ਹੋਏ ਕਰਮ ਹਨ। ਪਿਛਲੇ ਕਰਮਾਂ ਦਾ ਬੀਜਿਆ ਅਸੀਂ ਸੰਗਤ ਜੀ ਇਸ ਜਨਮ ਵਿੱਚ ਵੱਢ ਰਹੇ ਹਾਂ, ਔਰ ਇਸ ਜਨਮ ਦਾ ਬੀਜਿਆ ਅਸੀਂ ਅੱਗੇ ਵੱਢਾਂਗੇ। ਇਸ ਲਈ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿ ਫਲਾਣੇ ਨੇ, ਮੇਰੇ ਧੀ ਪੁੱਤਰ ਨੇ ਮੈਨੂੰ ਬੜਾ ਦੁੱਖ ਦਿੱਤਾ ਹੈ। ਇਸ ਪ੍ਰਕਾਰ ਮੇਰੇ ਮਾਂ-ਬਾਪ ਨੇ ਸਾਰਾ ਕੁਝ ਹੀ ਇਸ ਪ੍ਰਕਾਰ ਉਜਾੜ ਦਿੱਤਾ ਹੈ ਨਸ਼ਿਆਂ ਦੇ ਵਿੱਚ, ਜਾਂ ਧੀਆਂ ਪੁੱਤਰਾਂ ਨੇ ਉਜਾੜ ਦਿੱਤਾ ਹੈ ਵਿਸ਼ੇ ਵਿਕਾਰਾਂ ਦੇ ਵਿੱਚ। ਇਹ ਪਿਛਲੇ ਕਰਮਾਂ ਦਾ ਲੇਖਾ ਜੋਖਾ ਹੈ। ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਜੋ ਬੀਜਿਆ ਸੀ ਉਹੀ ਵੱਢਿਆ ਹੈ। ਇਸ ਲਈ ਇਹ ਸਾਰੇ ਗੁਰਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਆ ਕੇ ਬੇਨਤੀ ਕਰਦੇ, ਮਹਾਰਾਜ ਮਨੁੱਖ ਦੋ ਤਰ੍ਹਾਂ ਦੇ ਕਰਮ ਕਰਦਾ ਹੈ, ਦੋਹਾਂ ਤਰ੍ਹਾਂ ਦੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ, ਔਰ ਦੋਹਾਂ ਤਰ੍ਹਾਂ ਦੇ ਜਿਹੜੇ ਲੇਖੇ ਹਨ, ਕਰਮ ਹਨ, ਉਹਨਾਂ ਦੇ ਫਲ ਨਿਆਰੇ ਨਿਆਰੇ ਵੱਖੋ ਵੱਖਰੇ ਨੇ। ਕਿਤੋਂ ਸੀਖ ਰਹਿ ਦੇ ਫਲ ਵਿਆਰੇ। ਇਸ ਪ੍ਰਕਾਰ ਮਹਾਰਾਜ ਦੋਨਾਂ ਦਾ ਹੀ ਲੇਖਾ ਦੇਣਾ ਪੈਂਦਾ ਹੈ, ਫਲਾਂ ਨੂੰ ਭੁਗਤਣਾ ਪੈਂਦਾ ਹੈ ਜੀ। ਸ੍ਰੀ ਅਰਜਨ ਸੁਨ ਬਾਕ ਬਖਾਨੇ। ਜਦੋਂ ਇਹਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ, ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣ ਕਰਕੇ ਬੋਲੇ ਹਨ, ਚਾਰ ਪ੍ਰਕਾਰਨ ਕੇ ਸਿੱਖ ਜਾਣੇ। ਮਹਾਰਾਜ ਕਹਿੰਦੇ ਭਾਈ ਗੁਰਸਿੱਖੋ, ਗੁਰੂ ਨਾਨਕ ਦੇ 4 ਪ੍ਰਕਾਰ ਦੇ ਗੁਰਸਿੱਖ ਨੇ। 4 ਪ੍ਰਕਾਰ ਦੀ ਸਿੱਖੀ ਹੁੰਦੀ ਹੈ ਤੇ ਗੁਰੂ ਨਾਨਕ ਦੇ 4 ਪ੍ਰਕਾਰ ਦੇ ਸਿੱਖ ਹਨ। ਇੱਕ ਸਹਿਕਾਮ ਕਰਮ ਕੀ ਕਰਤਾ। ਇੱਕ ਤੇ ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਉਹ ਸਿੱਖ ਹਨ ਜਿਹੜੇ ਸਹਿਤ ਕਾਮਨਾ ਦੇ ਹਰ ਕਰਮ ਕਰਦੇ ਨੇ। ਥੋੜੀ ਜਿਹੀ ਸੇਵਾ ਕਰਨੀ ਹੋਵੇ, ਉਹ ਵੀ ਪਹਿਲੇ ਇੱਦਾਂ ਮਹਾਰਾਜ ਅੱਗੇ ਬੇਨਤੀ ਕਰਦੇ ਨੇ, ਮਹਾਰਾਜ ਸਾਡਾ ਇਹ ਕੰਮ ਹੋ ਜਾਵੇ। ਗੁਰੂ ਘਰ ਤੋਂ ਚੱਲਦੇ ਨੇ ਤੇ ਰਸਤੇ ਵਿੱਚ ਸੋਚਦੇ ਹੀ ਆਉਂਦੇ ਨੇ ਕਿ ਅੱਜ ਗੁਰੂ ਨੂੰ ਜਾ ਕੇ ਮੱਥਾ ਟੇਕਣਾ ਹੈ ਤੇ ਇਹਦੇ ਪਰਥਾਏ ਵੀ ਸਾਡਾ ਇਹ ਕਾਰਜ ਸੁਧਰ ਜਾਵੇ। ਮਹਾਰਾਜ ਕਹਿੰਦੇ ਪਹਿਲੇ ਗੁਰਸਿੱਖ ਤੇ ਭਾਈ ਉਹ ਹਨ ਜਿਹੜੇ ਹਰ ਕੰਮ ਸਹਿਤ ਕਾਮਨਾ ਦੇ ਕਰਦੇ ਨੇ। ਸੇਵਾ ਸਿਮਰਨ ਕਰਨਾ ਹੋਵੇ, ਸਤ ਸੰਗਤ ਕਰਨੀ ਹੋਵੇ, ਗੁਰੂ ਕੇ ਦਰਸ਼ਨ ਕਰਨੇ ਹੋਵਣ, ਕਿਸੇ ਪ੍ਰਕਾਰ ਦੀ ਕੋਈ ਸੇਵਾ ਕਰਨੀ ਹੋਵੇ, ਸਹਿਤ ਕਾਮਨਾ ਦੇ ਕਰਦੇ ਨੇ। ਨਿਸ਼ਕਾਮ ਕਰਮ ਕੋ ਧਰਤਾ। ਤੇ ਦੂਸਰੇ ਗੁਰਸਿੱਖ ਐਸੇ ਨੇ ਜਿਹੜੇ ਬਿਲਕੁਲ ਹੀ ਨਿਸ਼ਕਾਮ ਹੁੰਦੇ ਨੇ, ਕਦੇ ਮਹਾਰਾਜ ਤੋਂ ਕੁਝ ਮੰਗਿਆ ਹੀ ਨਹੀਂ, ਕਦੇ ਮਹਾਰਾਜ ਅੱਗੇ ਕੋਈ ਬੇਨਤੀ ਕੀਤੀ ਨਹੀਂ, ਕੇਵਲ ਗੁਰੂ ਕੇ ਹੁਕਮਾਂ ਨੂੰ ਮੰਨ ਕਰਕੇ ਗੁਰੂ ਘਰ ਆਉਂਦੇ, ਸਤ ਸੰਗਤ ਕਰਦੇ, ਸੇਵਾ ਸਿਮਰਨ ਕਰਦੇ ਹਨ। ਕੋਈ ਵੀ ਕਾਮਨਾ ਮਨ ਵਿੱਚ ਨਹੀਂ ਰੱਖਦੇ। ਕਰ ਉਪਾਸਨਾ ਤ੍ਰਿਤੀ ਪਛਾਨੋ। ਤੇ ਤੀਸਰੇ ਉਹ ਨੇ ਜਿਹੜੇ ਭਗਤੀ ਦੇ ਵਿੱਚ ਜੁਟੇ ਰਹਿੰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਕਦੇ ਕੋਈ ਖਿਆਲ ਆਉਂਦਾ ਹੀ ਨਹੀਂ ਕਿ ਮਹਾਰਾਜ ਤੋਂ ਇਹ ਮੰਗਣਾ ਹੈ ਜਾਂ ਕੁਝ ਨਹੀਂ ਮੰਗਣਾ। ਉਹ ਬਿਲਕੁਲ ਆਪਣੀ ਭਗਤੀ ਦੇ ਵਿੱਚ ਜੁਟੇ ਰਹਿੰਦੇ ਨੇ। ਰਤੀ ਪਰ ਪਤਾ ਨਹੀਂ ਲੱਗਦਾ ਕੌਣ ਆਇਆ ਹੈ, ਕੌਣ ਗਿਆ ਹੈ।
ਜਾਂ ਕਿੰਨਾ ਸਮਾਂ ਬਤੀਤ ਹੋ ਗਿਆ ਹੈ ਸਤ ਸੰਗਤ ਕਰਦਿਆਂ ਨੂੰ, ਸੇਵਾ ਸਿਮਰਨ ਕਰਦਿਆਂ ਨੂੰ। ਤੀਸਰੇ ਮਹਾਰਾਜ ਕਹਿੰਦੇ ਗੁਰਸਿੱਖ ਉਹ ਹਨ ਜਿਹੜੇ ਭਗਤੀ ਨਾਲ ਜੁੜੇ ਹੋਏ। ਚਤੁਰਥ ਬ੍ਰਹਮ ਗਿਆਨੀ ਸਿੱਖ ਜਾਨੋ। ਤੇ ਚੌਥੇ ਬ੍ਰਹਮ ਗਿਆਨੀ ਸਿੱਖ ਹਨ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੈ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਸਾਰਾ ਭੇਤ ਹੈ। ਤੁਮ ਚਾਰਨ ਮੈਂ ਬੂਝਹੁ ਕੌਣ। ਮਹਾਰਾਜ ਪੁੱਛਣ ਲੱਗੇ ਭਾਈ ਮੂਲਾ ਜੀ, ਭਾਈ ਸੂਜਾ ਜੀ, ਭਾਈ ਚੰਦੂ ਜੀ ਆਦਿਕ ਗੁਰਸਿੱਖਾਂ ਨੂੰ ਕਿ ਤੁਸੀਂ ਦੱਸੋ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੇ ਗੁਰਸਿੱਖ ਹੋ ਤੇ ਕਿਹੜੇ ਗੁਰਸਿੱਖਾਂ ਦਾ ਜੀਵਨ ਸੁਣਨਾ ਹੈ। ਕਰਕੇ ਸੁਨਾਵਨ ਜਸ ਗਤੌਨ। ਮਹਾਰਾਜ ਕਹਿੰਦੇ ਚਾਰਾਂ ਗੁਰਸਿੱਖਾਂ ਚੋਂ ਦੱਸੋ। ਇੱਕ ਤੇ ਸਹਿਤ ਕਾਮਨਾ ਦੇ ਕਰਮ ਕਰਨ ਵਾਲੇ, ਇੱਕ ਨਿਸ਼ਕਾਮ ਕਰਮ ਕਰਨ ਵਾਲੇ, ਇੱਕ ਉਪਾਸਨਾ ਵਾਲੇ ਔਰ ਚੌਥੇ ਬ੍ਰਹਮ ਗਿਆਨੀ। ਦੱਸੋ ਤੁਸੀਂ ਕਿਸ ਦੀ ਕਥਾ ਸੁਣਨੀ ਹੈ, ਅਸੀਂ ਸੁਣਾਵਾਂਗੇ। ਸੁਣ ਸਿੱਖਨ ਭਾਖਿਓ ਜੇ ਚਾਰ ਕੋ। ਇਹਨਾਂ ਗੁਰਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜਿਹੜੇ ਤੁਸੀਂ ਚਾਰ ਪ੍ਰਕਾਰ ਦੇ ਗੁਰਸਿੱਖ ਦੱਸੇ ਨੇ, ਜਿਮ ਬਿਰਤਾਂਤ ਹੋਏ ਤਥਾ ਉਚਾਰ ਕੋ। ਮਹਾਰਾਜ ਜਿਵੇਂ ਇਹਨਾਂ ਚਾਰਾਂ ਦਾ ਜੀਵਨ ਹੈ ਸਾਨੂੰ ਸਮਝਾਉਣਾ ਕਰੋ ਜੀ। ਗੁਰੂ ਕਹਿਣ ਲਾਗੇ ਤਿਸ ਕਾਲ। ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਜਿਮ ਇੱਕ ਹੋਤ ਮਹਾ ਮਹਿਪਾਲ। ਮਹਾਰਾਜ ਕਹਿੰਦੇ ਭਾਈ ਸੁਣੋ, ਜਿਵੇਂ ਫਿਰ ਇੱਕ ਵੱਡਾ ਦੇਸ਼ ਦਾ ਰਾਜਾ ਹੁੰਦਾ ਹੈ, ਚਾਰ ਪ੍ਰਕਾਰ ਪ੍ਰਜਾ ਤਿਸ ਕੇਰੀ। ਉਸ ਰਾਜੇ ਦੇ ਰਾਜ ਵਿੱਚ ਉਹਦੀ ਚਾਰ ਪ੍ਰਕਾਰ ਦੀ ਪ੍ਰਜਾ ਹੁੰਦੀ ਹੈ, ਚਾਰ ਪ੍ਰਕਾਰ ਦੇ ਲੋਕ ਵਸਦੇ ਨੇ। ਇੱਕ ਤੋਂ ਖੇਤੀ ਕਰ ਇੱਕ ਨੇਰੀ। ਰਾਜੇ ਦੇ ਰਾਜ ਵਿੱਚ ਇੱਕ ਤਾਂ ਐਸੇ ਲੋਕ ਵਸਦੇ ਨੇ ਜਿਹੜੇ ਏਦਾਂ ਸਾਰਾ ਸਾਲ ਖੇਤੀ ਹੋਈ ਕਰਦੇ ਰਹਿੰਦੇ ਨੇ। ਕਣਕ ਵੱਢ ਲਈ, ਝੋਨਾ ਬੀਜ ਦਿੱਤਾ, ਝੋਨਾ ਵੱਢ ਲਿਆ ਤੇ ਕਣਕ ਬੀਜ ਦਿੱਤੀ, ਹੋਰ ਸਬਜ਼ੀਆਂ ਆਦਿਕ। ਮਹਾਰਾਜ ਕਹਿੰਦੇ ਭਾਈ ਇੱਕ ਰਾਜੇ ਦੇ ਜਿਵੇਂ ਚਾਰ ਪ੍ਰਕਾਰ ਦੇ ਮਹਾਰਾਜ ਕਹਿੰਦੇ ਰਾਜ ਵਿੱਚ ਲੋਕ ਹੁੰਦੇ ਨੇ। ਇੱਕ ਲੋਕ ਉਹ ਹੁੰਦੇ ਨੇ ਜਿਹੜੇ ਕੇਵਲ ਖੇਤੀ ਕਰਦੇ ਹਨ, ਨਿਕੋ ਨਾਰ ਤਿਨ ਉਪਰ ਰੱਖੇ। ਤੇ ਉਹਨਾਂ ਲੋਕਾਂ ਦੇ ਉੱਪਰ ਰਾਜੇ ਨੇ ਆਪਣੇ ਕੁਝ ਬੰਦੇ ਛੱਡੇ ਹੁੰਦੇ ਨੇ ਕਿ ਇਹ ਕੋਈ ਇਹਦਾ ਸ਼ੈਤਾਨੀ ਨਾ ਕਰਨ, ਕੋਈ ਝੂਠ ਫਰੇਬ ਨਾ ਕਰਨ, ਕੋਈ ਚਲਾਕੀ ਨਾ ਕਰਨ। ਇਸ ਲਈ ਰਾਜੇ ਨੇ ਆਪਣੇ ਜਿਹੜੇ ਸੈਨਾਪਤੀ ਹੁੰਦੇ ਨੇ ਨਾ, ਉਹਨਾਂ ਖੇਤੀ ਕਰਨ ਵਾਲਿਆਂ ਲੋਕਾਂ ਉੱਪਰ ਤਾਇਨਾਤ ਕੀਤੇ ਹੁੰਦੇ ਨੇ। ਕਰਹੇ ਭਾਵਲੀ ਅੰਨ ਜੇ ਲਹੈ। ਤੇ ਜਦੋਂ ਇਹ ਕਣਕ ਝੋਨਾ ਪੱਕ ਜਾਂਦਾ ਹੈ ਵੱਢ ਲੈਂਦੇ ਹਨ, ਸਦਾ ਮੁਹੱਸਲ ਬੰਟਹਿ ਦਾਨਾ। ਤੇ ਜਦੋਂ ਦਾਣੇ ਕੱਢ ਲੈਂਦੇ ਨੇ ਨਾ ਫਿਰ ਰਾਜੇ ਦੇ ਜਿਹੜੇ ਭੇਜੇ ਹੋਏ ਬੰਦੇ ਹੁੰਦੇ ਨੇ ਉਹ ਆਪਸ ਵਿੱਚ ਵੰਡ ਲੈਂਦੇ ਨੇ। ਇਹਦਾ ਵੱਡਾ ਹਿੱਸਾ ਰਾਜੇ ਦੇ ਦਰਬਾਰ ਵਿੱਚ ਪਹੁੰਚਾ ਦਿੰਦੇ ਨੇ ਤੇ ਖਾਣਕ ਜੋਗੀ ਕਣਕ ਝੋਨਾ ਉਹਨਾਂ ਵਾਸਤੇ ਛੱਡ ਜਾਂਦੇ ਹਨ। ਜੇ ਖਿਆਨਤ ਕੋ ਕਰੇ ਅਜਾਨਾ। ਪਰ ਜੇਕਰ ਉਹ ਖੇਤੀ ਕਰਨ ਵਾਲੇ ਲੋਕ ਥੋੜੀ ਬਹੁਤੀ ਚਲਾਕੀ ਕਰਨ, ਏਦਾਂ ਪਾਸੇ ਦਾਣੇ ਚੋਰੀ ਕਰ ਲੈਵਣ ਜੀ, ਦੰਡ ਦਿੱਤੇ ਰੱਖ ਕੇ ਚੁਕਸਾਈ। ਫਿਰ ਰਾਜਾ ਉਹਨਾਂ ਨੂੰ ਬੜਾ ਦੰਡ ਦਿੰਦਾ ਹੈ, ਬੜੀ ਵੱਡੀ ਸਜ਼ਾ ਦਿੰਦਾ ਹੈ ਕਿ ਮੇਰੇ ਨਾਲ ਤੁਸੀਂ ਚਲਾਕੀ ਕਰਦੇ ਹੋ, ਤੁਹਾਨੂੰ ਜੋ ਤੁਸੀਂ ਕਣਕ ਝੋਨਾ ਬੀਜਦੇ ਖੇਤੀ ਕਰਦੇ ਹੋ ਉਹਦੇ ਪ੍ਰਥਾਏ ਤੁਹਾਨੂੰ ਖਾਣ ਜੋਗੀ ਜਿਹੜਾ ਦਾਣ ਹੈ ਉਹ ਦਿੱਤਾ ਜਾਂਦਾ ਹੈ, ਔਰ ਤੁਸੀਂ ਚਲਾਕੀਆਂ ਦੇ ਨਾਲ ਵੱਧ ਬੋਰੀਆਂ ਕੱਢਦੇ ਹੋ, ਵੱਧ ਦਾਣੇ ਰੱਖਦੇ ਹੋ। ਇਸ ਲਈ ਰਾਜਾ ਉਹਨਾਂ ਨੂੰ ਦੰਡ ਸਜ਼ਾਵਾਂ ਦਿੰਦਾ ਹੈ। ਸਭ ਲਿਖੇ ਬਟਾਈ। ਇਸ ਲਈ ਉਹ 6 ਮਹੀਨੇ ਹੱਡ ਤੋੜਵੀਂ ਮਿਹਨਤ ਕਰਦੇ ਨੇ ਤੇ ਰਾਜਾ ਉਹਨਾਂ ਦੇ ਕੋਲੋਂ ਵੱਡਾ ਹਿੱਸਾ ਆਪ ਲੈ ਜਾਂਦਾ ਹੈ, ਖਾਣਕ ਜੋਗੇ ਦਾਣੇ ਦੇ ਜਾਂਦਾ ਹੈ ਜੀ। ਦੁੱਧੇ ਪੱਟਾ ਲਿਖਾਏ ਚੁਕਾਵੇ। ਤੇ ਫਿਰ ਦੂਸਰੇ ਰਾਜੇ ਦੀ ਪ੍ਰਜਾ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹ ਐਸੇ ਹੁੰਦੇ ਨੇ, ਕਰਦੇ ਉਹ ਵੀ ਖੇਤੀ ਨੇ, ਪਰ ਉਹਨਾਂ ਦੀ ਰਾਜੇ ਨਾਲ ਲਿਖਤ ਕੀਤੀ ਹੁੰਦੀ ਹੈ ਕਿ ਰਾਜਾ ਜਦੋਂ ਅਸੀਂ ਦਾਣੇ ਕੱਢ ਲਵਾਂਗੇ ਇੰਨਾ ਕੁ ਹਿੱਸਾ ਤੇਰਾ ਹੋਵੇਗਾ, ਬਾਕੀ ਸਾਰਾ ਸਾਡਾ ਹੋਵੇਗਾ। ਪਹਿਲੇ ਤੇ ਉਹ ਸਨ
ਜਿਨ੍ਹਾਂ ਨੂੰ ਖਾਣ ਜੋਗਾ ਮਿਲਦਾ ਸੀ ਤੇ ਸਾਰਾ ਰਾਜਾ ਆਪਣੇ ਦਰਬਾਰ ਵਿੱਚ ਲੈ ਜਾਂਦਾ ਸੀ ਅਨਾਜ ਦਾਣੇ। ਦੂਸਰੇ ਮਹਾਰਾਜ ਕਹਿੰਦੇ ਰਾਜੇ ਦੇ ਰਾਜ ਵਿੱਚ ਵਸਣ ਵਾਲੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦਾ ਪਤਾ ਲਿਖਾਇਆ ਹੁੰਦਾ ਹੈ, ਲਿਖਤੀ ਕਾਗਜ਼ ਲਿਖਵਾਏ ਹੁੰਦੇ ਨੇ ਕਿ ਰਾਜਾ ਜਦੋਂ ਵੀ 6 ਮਹੀਨਿਆਂ ਬਾਅਦ ਫਸਲ ਵੱਢਾਂਗੇ ਤੇ ਅਸੀਂ ਇੰਨੇ ਕੁ ਦਾਣੇ ਹੀ ਤੇਰੇ ਦਰਬਾਰ ਵਿੱਚ ਦੇਣੇ ਨੇ, ਬਾਕੀ ਵੱਡਾ ਹਿੱਸਾ ਆਪ ਰੱਖਣਾ ਹੈ। ਕਸ਼ਟ ਮਾਸ ਮਹਿ ਰਿਪ ਨਰ ਜਾਵੇ। ਤੇ 6 ਮਹੀਨਿਆਂ ਬਾਅਦ ਜਦੋਂ ਫਸਲ ਨੂੰ ਵੱਢਦੇ ਨੇ ਰਾਜੇ ਦਾ ਇੱਕ ਬੰਦਾ ਉਹਨਾਂ ਲੋਕਾਂ ਕੋਲ ਜਾਂਦਾ ਹੈ ਜੀ। ਕਰਿਓ ਜੋ ਹੋਤ ਦੇਤ ਤਿਸ ਤਾਈ। ਤੇ ਲਿਖਤ ਦੇ ਅਨੁਸਾਰ ਉਹ ਲੋਕ ਦਾਣਿਆਂ ਨੂੰ ਕੱਢ ਕਰਕੇ ਥੋੜਾ ਜਿਹਾ ਹਿੱਸਾ ਰਾਜੇ ਦੇ ਬੰਦੇ ਨੂੰ ਦੇ ਦਿੰਦੇ ਨੇ, ਬਾਕੀ ਸਾਰਾ ਆਪਣੇ ਕੋਲ ਰੱਖਦੇ ਹਨ। ਅਪਰ ਚਿੰਤ ਚਿਤ ਧਰਹਿ ਨਾ ਕਾਈ। ਉਹਨਾਂ ਨੂੰ ਰਾਜੇ ਦੀ ਰਤੀ ਭਰ ਵੀ ਕੋਈ ਚਿੰਤਾ ਨਹੀਂ ਹੁੰਦੀ, ਪ੍ਰਵਾਹ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇੰਨੀ ਕੁ ਲਿਖਤ ਹੋਈ ਹੈ, ਉਸ ਦੇ ਅਨੁਸਾਰ ਥੋੜਾ ਜਿਹਾ ਅਨਾਜ ਰਾਜੇ ਦੇ ਦਰਬਾਰ ਨੂੰ ਦੇਣਾ ਹੈ, ਬਾਕੀ ਸਾਰਾ ਆਪ ਹੀ ਰੱਖਣਾ ਹੈ। ਤੇ ਜਿਹੜੇ ਪਹਿਲੇ ਸਨ ਉਹਨਾਂ ਨੂੰ ਜਿਵੇਂ ਜਿਵੇਂ ਫਸਲ ਪੱਕਦੀ ਹੈ ਉਵੇਂ ਉਵੇਂ ਉਹਨਾਂ ਦੀ ਚਿੰਤਾ ਵੀ ਵੱਧਦੀ ਜਾਂਦੀ ਹੈ ਕਿ 6 ਮਹੀਨਿਆਂ ਦੀ ਕੀਤੀ ਹੋਈ ਮਿਹਨਤ ਰਾਜੇ ਦਾ ਬੰਦਾ ਆਵੇਗਾ ਸਾਰੀ ਲੈ ਜਾਵੇਗਾ, ਥੋੜੀ ਬਹੁਤੀ ਖਾਣ ਜੋਗੀ ਛੱਡ ਜਾਵੇਗਾ। ਤ੍ਰਿਤੀਏ ਨਾਰ ਸੌਗਾਤੀ ਜਾਨ। ਪਰ ਮਹਾਰਾਜ ਕਹਿੰਦੇ ਰਾਜੇ ਦੇ ਰਾਜ ਵਿੱਚ ਭਾਈ ਤੀਸਰੇ ਲੋਕ ਐਸੇ ਹੁੰਦੇ ਨੇ ਜਿਹੜੇ ਆਪਣੀ ਮਰਜ਼ੀ ਦੇ ਨਾਲ ਕੋਈ ਨਾ ਕੋਈ ਸੁਗਾਤ ਸਾਲ ਵਿੱਚ ਇੱਕ ਅੱਧੀ ਵੇਰੀ ਰਾਜੇ ਨੂੰ ਘੱਲਦੇ ਨੇ। ਜਦੋਂ ਉਹਨਾਂ ਦਾ ਮਨ ਕਰਦਾ ਹੈ ਕੋਈ ਅਨਾਜ ਘੱਲ ਦਿੱਤਾ ਜਾਂ ਕੋਈ ਹੋਰ ਸੁਗਾਤ ਘੱਲ ਦਿੱਤੀ ਜੀ। ਤ੍ਰਿਪ ਕੀ ਹੱਦ ਪਰ ਬਾਸਾ ਖਾਨ। ਇਹ ਹਮੇਸ਼ਾ ਰਾਜੇ ਦੇ ਰਾਜ ਦੀ ਹੱਦ ਤੇ ਵਸਣ ਵਾਲੇ ਲੋਕ ਹੁੰਦੇ ਨੇ। ਜਿੱਥੋਂ ਅਗਲੇ ਦੇਸ਼ ਦੀ ਹੱਦ ਸ਼ੁਰੂ ਹੁੰਦੀ ਹੈ ਇਹ ਰਾਜੇ ਦੇ ਰਾਜ ਦੀ ਹੱਦ ਵਿੱਚ ਵਾਸਾ ਹੁੰਦਾ ਹੈ ਜੀ। ਬਾਜੀ ਬਾਜ ਆਦ ਸੌਗਾਤ। ਇਹ ਏਦਾਂ ਜਦੋਂ ਇਹਨਾਂ ਦਾ ਕਿਤੇ ਦਿਲ ਕਰਦਾ ਹੈ ਉਦੋਂ ਕੋਈ ਘੋੜਾ ਭੇਜ ਦਿੱਤਾ, ਹਾਥੀ ਭੇਜ ਦਿੱਤਾ, ਕੋਈ ਆਦਿਕ ਦੁੱਧ ਵਾਲੀ ਮੱਝ ਘੱਲ ਦਿੱਤੀ ਜਾਂ ਅਨਾਜ ਘੱਲ ਦਿੱਤਾ। ਏਦਾਂ ਜਦੋਂ ਇਹਨਾਂ ਦਾ ਮਨ ਕਰਦਾ ਹੈ ਰਾਜੇ ਦਾ ਕੋਈ ਜ਼ੋਰ ਇਹਨਾਂ ਤੇ ਨਹੀਂ ਹੁੰਦਾ। ਨਾ ਹੀ 6 ਮਹੀਨਿਆਂ ਦੀ ਫਸਲ ਲਿਜਾਂਦਾ ਹੈ, ਨਾ ਹੀ ਥੋੜੀ ਨਾ ਹੀ ਬਹੁਤੀ। ਇਹ ਲੋਕ ਤੇ ਆਪਣੀ ਮਰਜ਼ੀ ਦੇ ਨਾਲ ਰਾਜੇ ਤਾਈਂ ਕੋਈ ਘੋੜਾ ਭੇਜ ਦਿੱਤਾ, ਕੋਈ ਹਾਥੀ ਭੇਟਾ ਕਰ ਦਿੱਤਾ, ਆਪਣੀ ਮਰਜ਼ੀ ਨਾਲ ਸੁਗਾਤ ਭੇਜਦੇ ਨੇ। ਨਿਤ ਹਰ ਖਾਤ। ਇਸ ਪ੍ਰਕਾਰ ਰਾਜੇ ਕੋਲ ਜਦੋਂ ਵੀ ਕੋਈ ਸੁਗਾਤ ਘੱਲਦੇ ਨੇ ਤੇ ਰਾਜਾ ਇਹਨਾਂ ਤੇ ਬੜਾ ਖੁਸ਼, ਬੜਾ ਪ੍ਰਸੰਨ ਹੁੰਦਾ ਹੈ। ਬ੍ਰਾਹਮਣ ਕੇ ਰਾਜ ਕਰਨ ਤੇ ਬੜਿਆਂ ਇਹ ਨਗਰਾਂ ਦੇ ਉੱਪਰ ਰਾਜ ਕਰਦੇ ਹੁੰਦੇ ਨੇ। ਹੱਦਾਂ ਤੇ ਵਸਣ ਵਾਲੇ ਲੋਕ, ਇਹਨਾਂ ਦਾ ਆਪਣਾ ਰਾਜ ਵੀ ਬੜਿਆਂ ਨਗਰਾਂ ਤੇ ਚੱਲਦਾ ਹੈ। ਦਰਬ ਲਿਖੇ ਸਭ ਸੁਖ ਭੋਗੰਤੇ। ਤੇ ਆਸੇ ਪਾਸੇ ਦੇ ਇਲਾਕਿਆਂ ਤੋਂ ਇਹ ਜਿਹੜੀ ਟੈਕਸ ਇਕੱਠਾ ਕਰਦੇ, ਪੂੰਜੀ ਇਕੱਠੀ ਕਰਦੇ, ਸ਼ਮਾਹੀ ਇਕੱਠੀ ਕਰਦੇ ਨੇ, ਬਹੁਤਾ ਧਨ ਆਪਦੇ ਕੋਲ ਸਾਂਭ ਕੇ ਰੱਖਦੇ, ਥੋੜਾ ਬਹੁਤਾ ਹੀ ਰਾਜੇ ਨੂੰ ਭੇਟਾ ਕਰਦੇ ਨੇ, ਬੜੇ ਸੁੱਖ ਭੋਗਦੇ ਹਨ। ਚੌਥੇ ਮਾਫੀ ਕੀਤਕ ਹੋਏ। ਤੇ ਚੌਥੇ ਰਾਜੇ ਦੇ ਰਾਜ ਵਿੱਚ ਐਸੇ ਲੋਕ ਹੁੰਦੇ ਨੇ ਕਿ ਜਿਵੇਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਦੱਸਿਆ ਹੈ ਨਾ ਕਿ ਗੁਰੂ ਨਾਨਕ ਦੇ 4 ਪ੍ਰਕਾਰ ਦੇ ਗੁਰਸਿੱਖ ਹਨ। ਇੱਕ ਤੇ ਸਾਹਿਤ ਕਾਮਨਾ ਦੇ, ਮਨੋ ਕਾਮਨਾ ਪਹਿਲਾਂ ਰੱਖਦੇ, ਫਿਰ ਕੋਈ ਸੇਵਾ ਸਿਮਰਨ ਕਰਦੇ। ਇੱਕ ਨਿਸ਼ਕਾਮ ਹੀ ਸੇਵਾ ਕਰਦੇ, ਮਨ ਵਿੱਚ ਕੋਈ ਕਾਮਨਾ ਨਹੀਂ, ਕੋਈ ਇੱਛਾ ਨਹੀਂ, ਗੁਰੂ ਦੀਆਂ ਖੁਸ਼ੀਆਂ ਵਾਸਤੇ। ਤੀਸਰੇ ਸਿਰਫ ਉਪਾਸਨਾ ਕਰਦੇ, ਭਗਤੀ ਕਰਨ ਵਾਲੇ ਹੁੰਦੇ। ਚੌਥੇ ਬ੍ਰਹਮ ਗਿਆਨੀ ਹੁੰਦੇ। ਉਸੇ ਤਰ੍ਹਾਂ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਨੇ ਕਿ ਇੱਕ ਦੁਨਿਆਵੀ ਰਾਜਾ ਹੋਵੇ ਤੇ ਉਹਦੇ ਰਾਜ ਵਿੱਚ ਵੀ 4 ਪ੍ਰਕਾਰ ਦੇ ਲੋਕ ਹੁੰਦੇ ਨੇ। ਇੱਕ ਤੇ ਉਹ ਹੁੰਦੇ ਨੇ ਜਿਹੜੇ 6-6 ਮਹੀਨੇ ਖੇਤੀਆਂ ਪਾਲਦੇ ਨੇ, ਫਿਰ ਰਾਜਾ ਆਪਣੇ ਬੰਦਿਆਂ ਨੂੰ ਘੱਲਦਾ ਹੈ ਤੇ ਸਾਰਾ ਜਿਹੜਾ ਵੱਢਿਆ ਹੁੰਦਾ ਹੈ ਅਨਾਜ ਦਾਣੇ ਆਦਿਕ ਉਹ ਲੈ ਜਾਂਦੇ, ਥੋੜੇ ਬਹੁਤੇ ਛੱਡ ਜਾਂਦੇ। ਦੂਸਰੇ ਲੋਕ ਉਹ ਹੁੰਦੇ ਨੇ
ਜਿਨ੍ਹਾਂ ਦਾ ਪਤਾ ਲਿਖਾਇਆ ਹੁੰਦਾ ਹੈ, ਲਿਖਤੀ ਰੂਪ ਕੀਤਾ ਹੁੰਦਾ ਹੈ ਕਿ ਅਸੀਂ ਇੰਨੇ ਕੁ ਦਾਣੇ ਹੀ ਰਾਜੇ ਦੇ ਦਰਬਾਰ ਵਿੱਚ ਦੇਣੇ ਨੇ, ਬਾਕੀ ਆਪ ਰੱਖਣੇ ਨੇ। ਔਰ ਤੀਸਰੇ ਉਹ ਹੁੰਦੇ ਨੇ ਜੋ ਰਾਜੇ ਦੇ ਰਾਜ ਦੀ ਹੱਦ ਵਿੱਚ ਵਸਣ ਵਾਲੇ ਹੁੰਦੇ ਨੇ। ਮਨ ਮਰਜ਼ੀ ਨਾਲ ਕੋਈ ਭੇਟਾ ਕਰ ਦੇਵਣ ਤੇ ਕਰ ਦੇਵਣ, ਨਹੀਂ ਕੋਈ ਭੇਟਾ ਨਹੀਂ ਦਿੰਦੇ। ਜਦੋਂ ਕਦੇ ਦਿਲ ਕਰਦਾ ਹੈ ਉਦੋਂ ਕੋਈ ਘੋੜਾ ਭੇਟਾ, ਹਾਥੀ ਭੇਟਾ ਕਰ ਦਿੱਤਾ ਤੇ ਰਾਜਾ ਉਹਨਾਂ ਤੇ ਬੜਾ ਪ੍ਰਸੰਨ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਭਾਈ ਚੌਥੇ ਮਾਫੀ ਕੇਤਕ ਹੋਏ। ਜਿਹੜੇ ਚੌਥੇ ਹੁੰਦੇ ਨੇ ਉਹਨਾਂ ਨੂੰ ਪੱਕੇ ਤੌਰ ਤੇ ਰਾਜੇ ਵੱਲੋਂ ਮਾਫੀ ਦਿੱਤੀ ਹੁੰਦੀ ਹੈ ਕਿ ਤੁਹਾਡੇ ਕੋਲੋਂ ਕੋਈ ਵੀ ਨਜ਼ਰਾਨਾ ਅਸੀਂ ਨਹੀਂ ਲਵਾਂਗੇ, ਕੋਈ ਦਾਣੇ ਨਹੀਂ ਲਵਾਂਗੇ, ਕੋਈ ਭੇਟਾ ਨਹੀਂ ਲਵਾਂਗੇ। ਤੁਸੀਂ ਆਪਣੀ ਮਰਜ਼ੀ ਕਰ ਸਕਦੇ ਹੋ ਔਰ ਸਾਰਾ ਦਿਨ ਮੇਰੇ ਨਾਲ ਹੀ ਰਹਿਣਾ ਹੈ। ਆਪਣੋ ਰਾਜ ਕਰਦ ਹੈ ਸੋਏ। ਉਹ ਰਾਜੇ ਦੇ ਨਾਲ ਰਹਿਣ ਵਾਲੇ ਆਪਣਾ ਵੀ ਰਾਜ ਕਰਦੇ ਹਨ। ਨਿਰਕੇ ਸੰਗ ਚੜ੍ਹੇ ਜਹ ਜਾਏ। ਤੇ ਇਸ ਪ੍ਰਕਾਰ ਰਾਜੇ ਦੇ ਨਾਲ ਘੋੜਿਆਂ ਉੱਪਰ ਚੜ੍ਹ ਕਰਕੇ ਜਿਸ ਦਿਸ਼ਾ ਵੱਲ ਨੂੰ ਰਾਜਾ ਜਾਂਦਾ, ਮਗਰ ਮਗਰ ਜਾਂਦੇ ਨੇ। ਸਭ ਪਰ ਆਪਣੋ ਹੁਕਮ ਚਲਾਏ। ਤੇ ਸਾਰਿਆਂ ਦੇ ਉੱਪਰ ਫਿਰ ਆਪਣਾ ਹੁਕਮ ਚਲਾਉਂਦੇ ਹਨ। ਖਾਣਾ ਅਰ ਦਾਣਾ ਹੋਇ ਜੋਏ। ਆਪਣਾ ਖਾਣਾ ਔਰ ਘੋੜਿਆਂ ਦਾ ਦਾਣਾ ਜੋ ਵੀ ਹੁੰਦਾ ਹੈ। ਲੀਤੇ ਮਹਿਪਾਲਕ ਤੇ ਸੋਏ। ਉਹ ਰਾਜੇ ਕੋਲੋਂ ਲੈਂਦੇ ਨੇ। ਵੈਸੇ ਤੇ ਰਾਜਾ ਸਾਰਿਆਂ ਤੋਂ ਆਪਣੀ ਮਰਜ਼ੀ ਦੇ ਨਾਲ ਵਸੂਲਦਾ ਹੈ, ਰਾਜਾ ਸਾਰਿਆਂ ਤੋਂ ਲੈਂਦਾ ਹੈ। ਪਰ ਇਹ ਚੌਥੇ ਲੋਕ ਉਹ ਹੁੰਦੇ ਨੇ ਜਿਹੜੇ ਆਪਣਾ ਖਾਣਾ ਵੀ, ਘੋੜਿਆਂ ਦਾ ਦਾਣਾ ਵੀ ਇਸ ਪ੍ਰਕਾਰ ਰਾਜੇ ਤੋਂ ਵਸੂਲਦੇ ਨੇ, ਰਾਜੇ ਤੋਂ ਲੈਂਦੇ ਹਨ। ਲਖੋ ਪ੍ਰਜਾ ਪ੍ਰਭ ਕੀ ਇਮਚਾਰ। ਮਹਾਰਾਜ ਕਹਿੰਦੇ ਭਾਈ ਜਿਵੇਂ ਇੱਕ ਦੁਨਿਆਵੀ ਰਾਜਾ ਹੋਵੇ, ਉਹਦੇ ਰਾਜ ਵਿੱਚ ਇਹ 4 ਪ੍ਰਕਾਰ ਦੇ ਲੋਕ ਹੁੰਦੇ ਨੇ ਨਾ, ਏਦਾਂ ਹੀ ਅਕਾਲ ਪੁਰਖ ਵਾਹਿਗੁਰੂ ਦੀ ਜੋ ਪ੍ਰਜਾ ਹੈ ਉਹ ਵੀ 4 ਪ੍ਰਕਾਰ ਦੀ ਹੈ। ਇਕ ਤੋ ਸਹਿਕਾਮੀ ਬ੍ਰਿਤ ਧਾਰ। ਇੱਕ ਐਸੇ ਹੁੰਦੇ ਨੇ ਜਿਨ੍ਹਾਂ ਦੀ ਬਿਰਤੀ ਸਹਿਤ ਕਾਮਨਾ ਦੇ ਹੁੰਦੀ ਹੈ। ਕੋਈ ਸੇਵਾ ਸਿਮਰਨ ਕੀਤਾ, ਕੋਈ ਦਾਨ ਪੁੰਨ ਕੀਤਾ, ਕੋਈ ਪਾਠ ਕੀਤਾ ਕਰਵਾਇਆ ਤੇ ਬੜੀਆਂ ਕਾਮਨਾ ਦੇ ਸਹਿਤ ਕਰਦੇ ਨੇ। ਮਹਾਰਾਜ ਸਾਡਾ ਆਹ ਕਾਰਜ ਸੁਧਰ ਜਾਵੇ, ਮਹਾਰਾਜ ਸਾਡਾ ਆਹ ਕੰਮ ਬਣ ਜਾਵੇ, ਮਹਾਰਾਜ ਸਾਨੂੰ ਆਹ ਦਾਤ ਮਿਲ ਜਾਵੇ, ਮਹਾਰਾਜ ਆਹ ਰੋਗ ਸੋਗ ਨਾਸ਼ ਹੋ ਜਾਵੇ। ਇੱਕ ਪ੍ਰਕਾਰ ਪਹਿਲੇ ਐਸੇ ਹੁੰਦੇ ਨੇ ਜੋ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਜਾ ਦੇ ਲੋਕ ਨੇ। ਕੋਈ ਵੀ ਧਰਮ ਦਾ ਕਰਮ ਕਰਦੇ ਨੇ, ਪਹਿਲਾਂ ਅੱਗੇ ਸ਼ਰਤ ਰੱਖਦੇ ਨੇ ਮਹਾਰਾਜ ਆਹ ਕੰਮ ਹੋ ਜਾਵੇ, ਸਹਿਤ ਕਾਮਨਾ ਦੇ ਕੰਮ ਕਰਦੇ ਹਨ। ਕਾਮ ਕ੍ਰੋਧ ਕੌਰ ਕਹ ਲਾਗੇ। ਇਸ ਪ੍ਰਕਾਰ ਜਿਹੜੇ 5 ਵਿਕਾਰ ਨੇ, ਕਾਮ ਦੇ ਵਸ ਹੋ ਕਰਕੇ, ਕ੍ਰੋਧ ਦੇ ਵਸ ਹੋ ਕਰਕੇ, ਲੋਭ ਮੋਹ ਹੰਕਾਰ ਦੇ ਵਸ ਹੋ ਕਰਕੇ ਇਹ ਤਾਂ ਮਹਾਰਾਜ ਤੋਂ ਦਾਤਾਂ ਮੰਗਦੇ ਨੇ। ਨਹਿ ਕਬਹੂ ਹਰ ਕੇ ਰਸ ਪਾਗੇ। ਤੇ ਜੇਕਰ ਕੋਈ ਕਾਮਨਾ ਨਹੀਂ ਹੁੰਦੀ ਨਾ, ਫਿਰ ਆ ਕਰਕੇ ਨਾ ਤੇ ਸੇਵਾ ਸਿਮਰਨ ਕਰਦੇ ਨੇ, ਨਾ ਸਤ ਸੰਗਤ ਕਰਦੇ। ਭਾਵ ਸੌਖੇ ਤਰੀਕੇ ਨਾਲ ਸਮਝੀਏ ਕਿ ਉਦੋਂ ਹੀ ਗੁਰੂ ਘਰ ਆਉਣਾ ਹੈ ਜਦੋਂ ਗੁਰੂ ਤੋਂ ਕੁਝ ਲੈਣਾ ਹੈ, ਨਹੀਂ ਗੁਰੂ ਨੂੰ ਆ ਕੇ ਮੁਖ ਨਹੀਂ ਦਿਖਾਉਣਾ। ਉਦੋਂ ਹੀ ਗੁਰੂ ਘਰ ਆ ਕਰਕੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸਣੇ ਨੇ ਜਦੋਂ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਹੈ, ਰੋਗ ਸੋਗ ਹੈ, ਨਹੀਂ ਤੇ ਗੁਰੂ ਦੇ ਦਰਸ਼ਨ ਨਹੀਂ ਕਰਨੇ। ਉਦੋਂ ਹੀ ਗੁਰੂ ਘਰ ਆਉਣਾ ਹੈ ਜਦੋਂ ਕੋਈ ਆਨੰਦ ਕਾਰਜ ਹੈ ਘਰ ਵਿੱਚ, ਜਾਂ ਫਿਰ ਕੋਈ ਭੋਗ ਹੈ, ਨਹੀਂ ਤੇ ਗੁਰਦੁਆਰੇ ਵੱਲ ਦਾ ਰਸਤਾ ਨਹੀਂ ਵੇਖਣਾ। ਭਾਵ ਮਹਾਰਾਜ ਕਹਿੰਦੇ ਭਾਈ ਇੱਕ ਤੇ ਉਹ ਗੁਰਸਿੱਖ ਨੇ ਜਿਹੜੇ ਪਹਿਲੇ ਹਨ, ਜਿਹੜੇ ਸਾਹਿਤ ਕਾਮਨਾ ਦੇ ਰਹਿੰਦੇ ਨੇ ਕਿ ਗੁਰੂ ਘਰ ਉਦੋਂ ਹੀ ਆਉਣਾ ਹੈ ਜਦੋਂ ਮਹਾਰਾਜ ਤੋਂ ਕੁਝ ਮੰਗਣਾ ਹੈ, ਕੋਈ ਰੋਗ ਸੋਗ ਮਿਟਾਉਣਾ ਹੈ। ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਉਦੋਂ ਗੁਰੂ ਦਾ ਦਰਵਾਜ਼ਾ ਖੁੱਲਿਆ ਨਜ਼ਰ ਆਉਂਦਾ ਹੈ। ਤੀਰਥ ਦਾਨ ਬ੍ਰਤ ਜੇ ਕਰਹੀ। ਤੇ ਐਸੇ ਲੋਕ ਮਹਾਰਾਜ ਕਹਿੰਦੇ ਭਾਈ ਐਸੇ ਨੇ ਕਿ ਕੋਈ ਤੀਰਥ ਯਾਤਰਾ ਕਰਨੀ ਹੋਵੇ, ਕੋਈ ਦਾਨ ਕਰਨਾ ਹੋਵੇ, ਜਾਂ ਕੋਈ ਵਰਤ ਰੱਖਣਾ ਹੋਵੇ ਜੀ, ਫਲ ਹੋਏ ਅਮੁਕ ਕਾਮਨਾ ਧਰਤੀ। ਤੀਰਥ ਤੇ ਜਾਣ ਤੋਂ ਪਹਿਲਾਂ ਇਹ ਕਾਮਨਾ ਬਾਰੇ ਸੋਚਦੇ ਨੇ ਕਿ ਫਲਾਣੇ ਤੀਰਥ ਤੇ ਜਾ ਕਰਕੇ ਇਸ਼ਨਾਨ ਪਾਣ ਕਰਨਾ ਹੈ,
ਕੋਈ ਦਾਨ ਪੁੰਨ ਕਰਨਾ ਹੈ, ਮਹਾਰਾਜ ਸਾਡਾ ਇਹ ਕਾਰਜ ਪੂਰਾ ਹੋ ਜਾਵੇ। ਫੇਰ ਤੇਰੇ ਦਰ ਤੇ ਆਵਾਂਗੇ ਮਹਾਰਾਜ, ਪਹਿਲੇ ਸਾਡਾ ਇਹ ਕੰਮ ਸੁਧਰ ਜਾਵੇ ਜੀ। ਤਿਨ ਪਰ ਧਰਮ ਰਾਏ ਕੋ ਡੰਡ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਐਸੇ ਲੋਕਾਂ ਨੂੰ ਧਰਮ ਰਾਜੇ ਦਾ ਜੋ ਦੰਡ ਹੈ ਉਹ ਸਹਿਣਾ ਪੈਂਦਾ ਹੈ ਕਿ ਉਦੋਂ ਹੀ ਗੁਰੂ ਦੀ ਯਾਦ ਆਈ ਜਦੋਂ ਭੀੜ ਪਈ। ਪਹਿਲੇ ਤੇ ਗੁਰੂ ਵੱਲ ਮੁਖ ਹੋਇਆ ਹੀ ਨਹੀਂ। ਜਦੋਂ ਕੋਈ ਰੋਗ ਸੋਗ ਚਿੰਬੜਿਆ ਉਦੋਂ ਹੀ ਗੁਰੂ ਘਰ ਆ ਕਰਕੇ ਮੱਥਾ ਟੇਕਣਾ ਕੀਤਾ, ਪਹਿਲੇ ਕਦੇ ਆਇਆ ਹੀ ਨਹੀਂ। ਜਦੋਂ ਹੀ ਦੁੱਧ ਪੁੱਤ ਦੀ ਦਾਤ ਮੰਗਣੀ ਸੀ ਉਦੋਂ ਹੀ ਸੇਵਾ ਸਿਮਰਨ ਗੁਰੂ ਘਰ ਆਉਣਾ ਆਰੰਭ ਕਰ ਦਿੱਤਾ, ਪਹਿਲੇ ਕਦੇ ਆਇਆ ਹੀ ਨਹੀਂ। ਦੁੱਖਾਂ ਵਿੱਚ ਹੀ ਆ ਕਰਕੇ ਗੁਰੂ ਨੂੰ ਦਰਸ਼ਨ ਦਿੱਤੇ, ਗੁਰੂ ਕੇ ਦਰਸ਼ਨ ਕੀਤੇ। ਜਦੋਂ ਸੁੱਖਾਂ ਵਿੱਚ ਵਸਦਾ ਸੀ ਉਦੋਂ ਗੁਰੂ ਘਰ ਦਾ ਚੇਤਾ ਆਇਆ ਹੀ ਨਹੀਂ। ਮਹਾਰਾਜ ਕਹਿੰਦੇ, ਭਾਈ ਜਿਹੜੇ ਫਿਰ ਐਸੇ ਲੋਕ ਨੇ ਨਾ, ਤਿਨ ਪਰ ਧਰਮ ਰਾਏ ਕੋ ਡੰਡ, ਇਹਨਾਂ ਨੂੰ ਧਰਮ ਰਾਜੇ ਦਾ ਜੋ ਦੰਡ ਹੈ, ਸਜ਼ਾ ਹੈ, ਸਹਿਣੀ ਪੈਂਦੀ ਹੈ। ਨਰਕ ਸਜਾਈ ਲਖੇ ਪ੍ਰਚੰਡ। ਨਰਕਾਂ ਦੇ ਵਿੱਚ ਪੈਂਦੇ ਨੇ ਤੇ ਨਰਕਾਂ ਦੀ ਜਿਹੜੀ ਪ੍ਰਚੰਡ ਅਗਨ ਹੈ, ਬੜਾ ਤੇਜ਼ ਸੇਕ ਹੈ, ਸਹਾਰਨਾ ਪੈਂਦਾ ਹੈ। ਪੁੰਨ ਪਾਪ ਫਲ ਭੋਗ ਨਿਆਰੇ। ਮਹਾਰਾਜ ਕਹਿੰਦੇ, ਭਾਈ ਪਾਪਾਂ ਤੇ ਪੁੰਨਾਂ ਦੇ ਜਿਹੜੇ ਫਲ ਉਹ ਵੱਖੋ ਵੱਖਰੇ ਭੋਗਦੇ ਹਨ। ਕਬ ਸੁਖ ਕਬ ਦੁਖ ਲਖੇ ਵਿਚਾਰੇ। ਜਦੋਂ ਤੇ ਕੋਈ ਕੀਤਾ ਹੋਇਆ ਪੁੰਨ ਅੱਗੇ ਆ ਜਾਂਦਾ ਹੈ ਤੇ ਜ਼ਿੰਦਗੀ ਸੁਖੀ ਹੋ ਜਾਂਦੀ ਹੈ, ਸੁਖਾਲਾ ਵਸਣ ਲੱਗਦਾ ਹੈ। ਤੇ ਜਦੋਂ ਕੋਈ ਕੀਤਾ ਹੋਇਆ ਪਾਪ ਅੱਗੇ ਆ ਜਾਂਦਾ ਹੈ ਤੇ ਜ਼ਿੰਦਗੀ ਦੁੱਖਾਂ ਨਾਲ ਭਰ ਜਾਂਦੀ ਹੈ, ਬੜਾ ਦੁੱਖਾਂ ਦੇ ਸਹਿਤ ਰਹਿੰਦਾ ਹੈ। ਇੱਕ ਨਿਸ਼ਕਾਮ ਕਰਮ ਸੁਭ ਕਰੇ। ਮਹਾਰਾਜ ਕਹਿੰਦੇ, ਫਿਰ ਅਕਾਲ ਪੁਰਖ ਦੀ ਪ੍ਰਜਾ ਦੇ ਵਿੱਚ ਜਾਂ ਗੁਰੂ ਨਾਨਕ ਦੀ ਸਿੱਖੀ ਅੰਦਰ ਜਿਹੜੇ ਦੂਸਰੇ ਲੋਕ ਹਨ ਉਹ ਬਿਲਕੁਲ ਹੀ ਨਿਸ਼ਕਾਮ ਹੁੰਦੇ ਨੇ। ਕੋਈ ਤੀਰਥ ਯਾਤਰਾ ਕਰਨੀ ਹੋਵੇ ਜਾਂ ਕੋਈ ਦਾਨ ਪੁੰਨ ਕਰਨਾ ਹੋਵੇ, ਸੇਵਾ ਸਿਮਰਨ ਕਰਨਾ ਹੋਵੇ ਤੇ ਉਹ ਰਤੀ ਭਰ ਕੋਈ ਇੱਛਾ ਨਹੀਂ ਰੱਖਦੇ। ਧਰਮ ਕਰਤ ਪ੍ਰਸੰਨਤਾ ਧਰੈ। ਇਹਦਾ ਸੇਵਾ ਸਿਮਰਨ ਕਰਦੇ, ਤੀਰਥ ਯਾਤਰਾ ਕਰਦੇ, ਪੁੰਨ ਦਾਨ ਕਰਦੇ, ਸਤ ਸੰਗਤ ਕਰਦੇ, ਕੇਵਲ ਪ੍ਰਸੰਨਤਾ ਹੀ ਲੈਂਦੇ ਨੇ, ਗੁਰੂ ਦੀਆਂ ਖੁਸ਼ੀਆਂ ਹੀ ਲੈਂਦੇ ਨੇ, ਸਰਬੱਤ ਦਾ ਭਲਾ ਮੰਗਦੇ ਨੇ, ਆਪਣੇ ਲਈ ਕਦੇ ਕੁਝ ਨਹੀਂ ਮੰਗਿਆ ਜੀ। ਪਾਪ ਅਚਾਨਕ ਜੇ ਕੋਈ ਜਾਏ। ਤੇ ਜੇਕਰ ਐਸਿਆਂ ਲੋਕਾਂ ਤੋਂ ਚਾਣਚਕ ਕੋਈ ਪਾਪ ਹੋ ਜਾਵੇ ਜੀ, ਕੋ ਲੇਖਾ ਕਰ ਇੱਕ ਥਾਏ। ਤੇ ਮਹਾਰਾਜ ਕਹਿੰਦੇ, ਧਰਮ ਰਾਜਾ ਇਹਨਾਂ ਦਾ ਜਿਹੜੇ ਪਾਪ ਦਾ ਲੇਖਾ ਹੈ ਉਹ ਇੱਕ ਪਾਸੇ ਕਰ ਦਿੰਦਾ ਹੈ। ਅਗ ਵਿਆੜ ਕਰ ਪੁੰਨ ਜੋ ਸੇਖ। ਕਿਉਂਕਿ ਇਹਨਾਂ ਦੇ ਕੋਲ ਸਾਰੇ ਜੀਵਨ ਦੇ ਪੁੰਨ ਹੀ ਇਕੱਠੇ ਕੀਤੇ ਹੁੰਦੇ ਨੇ, ਸਰਬੱਤ ਦਾ ਭਲਾ ਹੀ ਮੰਗਿਆ ਹੁੰਦਾ ਹੈ। ਤੇ ਇਸ ਪ੍ਰਕਾਰ ਜੇਕਰ ਕੋਈ ਜਾਣੇ ਅਣਜਾਣੇ ਵਿੱਚ ਪਾਪ ਹੋ ਜਾਵੇ ਜੀ, ਤਿਨ ਕੋ ਭੋਗਤ ਆਨੰਦ ਵਿਸ਼ੇਸ਼। ਤੇ ਇਹ ਐਸੇ ਪੁੰਨ ਕੀਤੇ ਹੁੰਦੇ ਨੇ ਤੇ ਪੁੰਨਾਂ ਦੇ ਵੱਟੇ ਆਪਣੇ ਪਾਪ ਨੂੰ ਕਟਾ ਲੈਂਦੇ ਨੇ। ਇਹਨਾਂ ਦੇ ਵੱਡਿਆਂ ਪੁੰਨਾਂ ਅੱਗੇ ਜਿਹੜਾ ਪਾਪ ਹੈ ਉਹ ਬੜਾ ਛੋਟਾ ਰਹਿ ਜਾਂਦਾ ਹੈ। ਇਸ ਲਈ ਬੜੇ ਆਨੰਦ ਦੇ ਸਹਿਤ ਇਹ ਸੁੱਖਾਂ ਨੂੰ ਭੋਗਦੇ ਹਨ। ਜੀ ਅਗ ਅਦਕ ਹੋਏ ਤਿਸ ਕੇਰੇ। ਮਹਾਰਾਜ ਕਹਿੰਦੇ, ਜੇਕਰ ਜੀਵਨ ਅੰਦਰ ਕੋਈ ਪਾਪ ਹੋ ਜਾਵੇ ਜੀ, ਪੁੰਨ ਵਿਆੜ ਅਗ ਤੇ ਦੁਖ ਫੇਰੇ। ਇਸ ਪ੍ਰਕਾਰ ਫਿਰ ਪੁੰਨਾਂ ਦੇ ਬਦਲੇ ਪਾਪਾਂ ਨੂੰ ਕਟਾ ਕਰਕੇ ਸੁਖੀ ਹੋ ਜਾਂਦੇ ਨੇ। ਤਿਨ ਕੇ ਪੁੰਨ ਹੋਕੇ ਬਲਵਾਨ। ਕਿਉਂਕਿ ਇਹਨਾਂ ਦੇ ਜੀਵਨ ਅੰਦਰ ਬੜੇ ਪੁੰਨ ਕੀਤੇ ਹੁੰਦੇ ਨੇ ਤੇ ਪੁੰਨਾਂ ਵਿੱਚ ਬੜੀ ਸ਼ਕਤੀ ਹੁੰਦੀ ਹੈ। ਪਾਪ ਨਿਬਲ ਹਵੈ ਅਸਨਰ ਜਾਨ। ਇਹਨਾਂ ਦੇ ਪੁੰਨਾਂ ਅੱਗੇ ਜਿਹੜੇ ਪਾਪ ਹਨ ਉਹ ਨਿਰਬਲ ਹੋ ਜਾਂਦੇ ਨੇ, ਸ਼ਕਤੀ ਤੋਂ ਰਹਿਤ ਹੋ ਜਾਂਦੇ ਹਨ। ਤ੍ਰਿਤੀਏ ਅਹੈ ਉਪਾਸਕ ਜੋਏ। ਮਹਾਰਾਜ ਕਹਿੰਦੇ, ਭਾਈ ਇਹ ਦੂਸਰੇ ਗੁਰਸਿੱਖ ਸਨ ਜਿਹੜੇ ਜੀਵਨ ਅੰਦਰ ਹਮੇਸ਼ਾ ਪੁੰਨ ਹੀ ਕਰਦੇ ਨੇ। ਕੋਈ ਜਾਣੇ ਅਣਜਾਣੇ ਪਾਪ ਹੋ ਜਾਵੇ ਤੇ ਧਰਮ ਰਾਜਾ ਇਹਨਾਂ ਦੇ ਵੱਡਿਆਂ ਪੁੰਨਾਂ ਨੂੰ ਵੇਖ ਕਰਕੇ ਕੋਈ ਛੋਟੇ ਪਾਪ ਤਾਈਂ ਬਖਸ਼ ਦਿੰਦਾ ਹੈ, ਲੇਖਾ ਨਹੀਂ ਹੁੰਦਾ। ਫਿਰ ਤੀਸਰੇ ਐਸੇ ਨੇ ਜਿਹੜੇ ਬਿਲਕੁਲ ਉਪਾਸਕ ਹਨ, ਗੁਰੂ ਕੇ ਆਸ਼ਿਕ ਹਨ, ਗੁਰੂ ਨਾਲ ਐਸਾ ਪ੍ਰੇਮ ਕਰਦੇ ਨੇ, ਐਸੀ ਬੰਦਗੀ ਕਰਦੇ ਨੇ
ਕਦੇ ਕੁਝ ਮੰਗਣ ਦਾ ਚੇਤਾ ਹੀ ਨਹੀਂ ਰਹਿੰਦਾ। ਕੇਵਲ ਆਪਣੇ ਧਰਮ ਵਿੱਚ ਪਰਪੱਕ ਰਹਿ ਕਰਕੇ, ਰਹਿਤ ਮਰਿਆਦਾ ਵਿੱਚ ਤਿਆਰ ਬਰ ਤਿਆਰ ਰਹਿ ਕਰਕੇ ਜੀਵਨ ਬਤੀਤ ਕਰਦੇ ਨੇ। ਭਗਤ ਪਰਾਇਨ ਮਨ ਕੋਈ ਸੋਏ। ਇਹਨਾਂ ਦਾ ਜਿਹੜਾ ਮਨ ਹੈ ਉਹ ਭਗਤੀ ਦੇ ਆਸਰੇ ਹੀ ਜਿਉਂਦਾ ਹੁੰਦਾ ਹੈ। ਜਿਵੇਂ ਇੱਕ ਨਸ਼ੇ ਕਰਨ ਵਾਲੇ ਦਾ ਸਰੀਰ ਨਸ਼ਿਆਂ ਦੇ ਸਹਾਰੇ ਹੁੰਦਾ ਹੈ, ਰੋਗੀ ਦਾ ਸਰੀਰ ਦਵਾਈਆਂ ਦੇ ਸਹਾਰੇ ਹੁੰਦਾ ਹੈ, ਏਦਾਂ ਹੀ ਮਹਾਰਾਜ ਕਹਿੰਦੇ ਭਾਈ ਜਿਵੇਂ ਇੱਕ ਭਲਵਾਨ ਦਾ ਸਰੀਰ ਖੁਰਾਕ ਦੇ ਸਹਾਰੇ ਹੁੰਦਾ ਹੈ, ਇਹ ਐਸੇ ਲੋਕ ਹੁੰਦੇ ਨੇ। ਇਹਨਾਂ ਦਾ ਜਿਹੜਾ ਮਨ ਹੈ ਔਰ ਤਨ ਹੈ, ਤਨ ਸੇਵਾ ਦੇ ਸਹਾਰੇ, ਮਨ ਸਿਮਰਨ ਦੇ ਸਹਾਰੇ ਭਜ ਜਾਂਦਾ ਹੈ। ਪਾਪ ਨਹੀਂ ਠਾਨੈ ਸੋ ਜਾਨ। ਇਹ ਸਾਰਾ ਕੁਝ ਜਾਣਦੇ ਹੁੰਦੇ ਨੇ ਤੇ ਇਸ ਪ੍ਰਕਾਰ ਕਦੇ ਵੀ ਪਾਪ ਨਹੀਂ ਕਰਦੇ। ਇਹਨਾਂ ਕੋਲ ਪੂਰਨ ਸਿੱਖਿਆ, ਬਹੁਤ ਗਿਆਨ ਹੁੰਦਾ ਹੈ। ਇਹ ਤਾਂ ਜਾਣੇ ਅਣਜਾਣੇ ਵਿੱਚ ਵੀ ਪਾਪ ਨਹੀਂ ਕਰਦੇ ਜੀ। ਹਵੈ ਜੇ ਕਦਾਚਿਤ ਅਗ ਅਨਜਾਨ। ਪਰ ਫੇਰ ਵੀ ਕਦੇ ਸੰਸਾਰ ਵਿੱਚ ਵਸਦਿਆਂ ਕੋਈ ਥੋੜੀ ਬਹੁਤੀ ਕਿਸੇ ਦੇ ਮਨ ਨੂੰ ਚੋਟ ਪਹੁੰਚ ਜਾਵੇ, ਇਹਨਾਂ ਦੇ ਬੋਲੇ ਹੋਏ ਬੋਲ ਦੇ ਨਾਲ ਕੋਈ ਛੋਟਾ ਮੋਟਾ ਪਾਪ ਹੋ ਜਾਵੇ ਜੀ, ਰੁਚਕਰ ਧਰਮ ਕਰਕੇ ਹਰ ਖਾਏ। ਤੇ ਫਿਰ ਆਪਣੀ ਸੇਵਾ ਹੋਰ ਵਧਾ ਦਿੰਦੇ ਨੇ, ਸਿਮਰਨ ਹੋਰ ਵਧਾ ਦਿੰਦੇ ਨੇ। ਕਿਸੇ ਨੂੰ ਕੋਈ ਭੈੜਾ ਬੋਲ ਬੋਲਿਆ ਜਾਵੇ, ਉਹਦੇ ਪਰਥਾਏ ਵੀ ਬਾਣੀ ਪੜ੍ਹ ਕੇ ਅਰਦਾਸ ਕਰਦੇ ਨੇ। ਕੋਈ ਜੀਵ ਹੱਤਿਆ ਜਾਣੇ ਅਣਜਾਣੇ ਹੋ ਜਾਵੇ, ਉਹਦੇ ਪਰਥਾਏ ਵੀ ਗੁਰਬਾਣੀ ਪੜ੍ਹ ਕੇ ਅਰਦਾਸ ਕਰਦੇ ਨੇ। ਕੋਈ ਰਹਿਤ ਵਹਿਤ ਵਿੱਚ ਥੋੜੀ ਬਹੁਤੀ ਢਲਿਆਈ ਆ ਜਾਵੇ, ਫਿਰ ਵੀ ਬਾਣੀ ਪੜ੍ਹ ਕੇ ਸੇਵਾ ਕਰਕੇ ਸਿਮਰਨ ਕਰਕੇ ਅਰਦਾਸ ਕਰਦੇ, ਮਹਾਰਾਜ ਇਹ ਭੁੱਲ ਬਖਸ਼ੋ। ਇਹ ਆਪਣੀਆਂ ਸਾਰੀਆਂ ਭੁੱਲਾਂ ਇਸ ਲੋਕ ਤੇ ਬਖਸ਼ਾ ਕਰਕੇ ਫਿਰ ਪਰਲੋਕ ਸੁਧਾਰਦੇ ਹਨ। ਅੱਗ ਕੋ ਬਿਹਾੜ ਸਦਾ ਸੁਖ ਪਾਏ। ਇਸ ਪ੍ਰਕਾਰ ਐਸੇ ਲੋਕ ਫਿਰ ਦੁੱਖਾਂ ਦੇ ਵਿੱਚ ਵੀ ਸੁਖੀ ਰਹਿੰਦੇ ਨੇ। ਰਹੇ ਨਿਕਟ ਵਰਤੀ ਪ੍ਰਭ ਕੇਰੇ। ਹਮੇਸ਼ਾ ਜਿਵੇਂ ਰਾਜੇ ਦੇ ਨਾਲ ਰਹਿਣ ਵਾਲੇ ਲੋਕ ਹੁੰਦੇ ਨੇ, ਜਿਵੇਂ ਰਾਜੇ ਦਾ ਰਾਜ ਚੱਲਦਾ ਹੈ ਤੇ ਉਹ ਲੋਕ ਵੀ ਰਾਜਿਆਂ ਦੇ ਵਾਂਗ ਘੋੜਿਆਂ ਤੇ ਚੜ੍ਹ ਕੇ ਨਾਲ ਨਾਲ ਮਗਰ ਮਗਰ ਜਾਂਦੇ ਨੇ। ਮਹਾਰਾਜ ਦੇ ਇਹ ਨਿਕਟ ਵਰਤੀ ਰਹਿੰਦੇ ਹਨ, ਹਮੇਸ਼ਾ ਨਾਲ ਨਾਲ ਹੀ ਰਹਿੰਦੇ ਨੇ। ਜਨਮ ਮਰਨ ਕੇ ਪਰ ਹਰ ਫੇਰੇ। ਤੇ ਜਿਹੜੇ ਜਨਮਾਂ ਮਰਨਾਂ ਦੇ ਬੰਧਨ ਹਨ, 84 ਲੱਖ ਜੂਨਾਂ ਦਾ ਗੇੜਾ ਹੈ, ਇਹ ਸੇਵਾ ਸਿਮਰਨ ਕਰਦੇ ਹੋਏ ਉਹਨਾਂ ਬੰਧਨਾਂ ਨੂੰ ਤੋੜ ਦਿੰਦੇ ਹਨ। ਪਰਾ ਲਬਦ ਬਸਤੇ ਜੇ ਜਨਮੈ। ਤੇ ਫਿਰ ਜੇਕਰ ਕੋਈ ਜਾਣੇ ਅਣਜਾਣੇ ਛੋਟਾ ਮੋਟਾ ਪਾਪ ਹੋਵੇ, ਉਹਦੇ ਪਰਥਾਏ ਜਾਂ ਇਹਨਾਂ ਦੇ ਮਨ ਦੀ ਇੱਛਾ ਹੋਵੇ ਕਿ ਫੇਰ ਗੁਰਸਿੱਖਾਂ ਕਰੇ ਜਨਮ ਹੋਵੇ, ਫੇਰ ਸੇਵਾ ਸਿਮਰਨ ਹੋਵੇ। ਜਿਵੇਂ ਭਗਤ ਕਬੀਰ ਜੀਆਂ ਨੇ ਆਪਣੀ ਪਤਨੀ ਮਾਤਾ ਲੋਈ ਜੀ ਨੂੰ ਪੁੱਛਿਆ ਸੀ ਕਿ ਲੋਈ ਜੀ ਦੱਸੋ ਕੋਈ ਇੱਛਾ ਹੈ, ਤੇ ਲੋਈ ਦੇ ਮਨ ਵਿੱਚ ਇਹ ਗੱਲ ਸੀ, ਕਹਿਣ ਲੱਗੀ ਪਤੀ ਕਬੀਰ ਜੀ ਵੈਸੇ ਤੇ ਸਾਰਾ ਕੁਝ ਹੀ ਪੂਰਾ ਹੈ, ਕੋਈ ਕਮੀ ਨਹੀਂ ਹੈ, ਪਰ ਸੇਵਾ ਕਰਨ ਦੀ ਇੱਛਾ ਹਜੇ ਹੋਰ ਹੈ ਕਿ ਜੇਕਰ ਗੁਰਸਿੱਖਾਂ ਦੀ ਸਤਸੰਗਤ ਮਿਲ ਜਾਵੇ, ਸੇਵਾ ਮਿਲ ਜਾਵੇ, ਹੱਥੀਂ ਐਸੀ ਸੇਵਾ ਮਿਲ ਜਾਵੇ ਨਾ, ਇਹ ਇੱਛਾ ਹਜੇ ਹੋਰ ਹੈ। ਫਿਰ ਇਹ ਇੱਛਾ ਕਰਕੇ ਸੰਗਤ ਜੀ ਉਹਦਾ ਦੂਸਰਾ ਜਨਮ ਹੋਇਆ ਸੀ। ਤੇ ਇਸ ਪ੍ਰਕਾਰ ਜਦੋਂ ਕਲਗੀਧਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਗਟੇ ਸਨ ਔਰ ਅਨੰਦਪੁਰ ਆ ਕਰਕੇ ਮਹਾਰਾਜ ਜੀਆਂ ਨੇ ਚੋਜ ਕੀਤੇ ਤੇ ਮਾਤਾ ਲੋਈ ਜੀ ਉੱਥੇ ਦਿਨ ਰਾਤ ਸੇਵਾ ਕਰਦੇ ਸਨ। ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਮਾਤਾ ਕੌਣ ਹੈ? ਇਹ ਤਾਂ ਰਾਤਰੀ ਪੈਂਦਿਆਂ ਹੀ ਇਹ ਚਲੀ ਜਾਂਦੀ ਹੈ, ਸਵੇਰ ਹੁੰਦਿਆਂ ਹੀ ਫੇਰ ਸੇਵਾ ਵਿੱਚ ਜੁੜ ਜਾਂਦੀ ਹੈ, ਦਿਨ ਰਾਤ ਦੀ ਪਰਵਾਹ ਨਹੀਂ ਕਰਦੀ, ਅੱਠੇ ਪਹਿਰ ਸੇਵਾ ਸਿਮਰਨ ਕਰਦੀ ਹੈ। ਤੇ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਦੱਸਿਆ ਸੀ, ਭਾਈ ਇਹ ਜੋ ਹੈ ਭਗਤ ਕਬੀਰ ਦੇ ਘਰੋਂ ਹੈ, ਉਹਨਾਂ ਦੀ ਪਤਨੀ ਸੀ। ਵੈਸੇ ਤਾਂ ਇਹਨਾਂ ਦਾ ਜਨਮ ਸੁਧਰਿਆ ਹੋਇਆ ਸੀ, ਲੋਕ ਪਰਲੋਕ ਸਵਰਿਆ ਸੀ, ਪਰ ਇਸ ਨੇ ਇੱਛਾ ਕੀਤੀ ਸੀ ਸੇਵਾ ਕਰਨ ਦੀ, ਇਸ ਲਈ ਹੁਣ ਇਹ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਦੀ ਹੈ। ਇਸੇ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੱਸ ਰਹੇ ਨੇ, ਜਿਹੜੇ ਤੀਸਰੇ ਲੋਕ ਨੇ ਉਹ ਬੜੇ ਪੁੰਨਾਂ ਦੇ ਭਰੇ ਹੁੰਦੇ ਨੇ, ਪਾਪ ਕਦੇ ਕਰਦੇ ਹੀ ਨਹੀਂ।
ਪਰ ਜੇਕਰ ਕੋਈ ਇੱਛਾ ਰਹਿ ਜਾਵੇ ਭਗਤ ਕਰਤ ਗਿਆਨੀ ਹੋਏ ਮਨ ਮੈਂ। ਇਸ ਪ੍ਰਕਾਰ ਭਗਤੀ ਕਰਦਿਆਂ ਕਰਦਿਆਂ ਦੇ ਐਸਾ ਗਿਆਨ ਮਨ ਵਿੱਚ ਹੋ ਜਾਵੇ ਜਨਮ ਮਰਨ ਕੇ ਬੰਧਨ ਹਾਨੇ। ਤੇ ਇਸ ਪ੍ਰਕਾਰ ਜਿਹੜੇ ਜਨਮਾਂ ਮਰਨਾਂ ਦੇ ਇਹਨਾਂ ਦੇ ਬੰਧਨ ਤਾਂ ਵੈਸੇ ਨਾਸ਼ ਹੋ ਜਾਂਦੇ ਹਨ ਪਦ ਨਿਰਵਾਣ ਮਿਲਹਿ ਤਤ ਜਾਣੈ। ਇਸ ਪ੍ਰਕਾਰ ਪਦ ਨਿਰਵਾਣ ਮਿਲਹਿ ਤਤ ਜਾਣੈ। ਇਹ ਪੰਜਾਂ ਤੱਤਾਂ ਨੂੰ ਪਹਿਚਾਣ ਲੈਂਦੇ ਸੂਖਮ ਸਰੀਰ ਤੋਂ ਜਾਣੂਕਾਰ ਹੋ ਜਾਂਦੇ ਨੇ। ਇਹ ਦੇਹ ਦਾ ਮੋਹ ਛੱਡ ਜਾਂਦੇ ਹਨ ਇਕ ਸਹਿਕਾਮੀ ਭਗਤ ਜੇ ਹੋਏ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੱਸ ਰਹੇ ਨੇ ਭਾਈ ਜੇਕਰ ਇਹਨਾਂ ਦੀ ਕੋਈ ਇੱਛਾ ਰਹਿ ਜਾਵੇ ਨਾ ਫਿਰ ਇਹ ਇਸ ਪ੍ਰਕਾਰ ਗੁਰਸਿੱਖਾਂ ਦੇ ਘਰ ਜਨਮਦੇ ਨੇ ਔਰ ਜੋ ਮਨ ਦੇ ਵਿੱਚ ਸੇਵਾ ਸਿਮਰਨ ਦੀ ਇੱਛਾ ਹੈ ਉਹ ਪੂਰੀ ਕਰਕੇ ਵਾਪਸ ਜਾਂਦੇ ਨੇ। ਫਿਰ ਮਹਾਰਾਜ ਦੱਸਦੇ ਨੇ ਪਹਿਲਿਆਂ ਤੋਂ ਲੈ ਕਰਕੇ ਕਿ ਗੁਰੂ ਨਾਨਕ ਦੀ ਸਿੱਖੀ ਦੇ ਅੰਦਰ ਜਿਹੜੇ ਸਹਿਤ ਕਾਮਨਾ ਦੇ ਲੋਕ ਹੁੰਦੇ ਨੇ ਇੱਕ ਸਹਿਕਾਮੀ ਭਗਤ ਜੇ ਹੋਏ। ਏਦਾਂ ਭਗਤੀ ਵੀ ਬੜੀ ਕਰਦੇ ਨੇ ਪਰ ਕਾਮਨਾ ਦੇ ਸਹਿਤ ਕਰਦੇ ਹਨ। ਤਨ ਤਜ ਸੁਰਗ ਭੋਗ ਕਰ ਸੋਏ। ਉਹ ਇਸ ਪ੍ਰਕਾਰ ਜਦੋਂ ਤਨ ਨੂੰ ਛੱਡ ਕੇ ਜਾਂਦੇ ਨੇ ਸਵਰਗਾਂ ਦਾ ਸੁਖ ਭੋਗਦੇ ਨੇ। ਬਹੁਰ ਧਨੀ ਕੇ ਗ੍ਰਹਿ ਤਨ ਧਾਰੇ। ਤੇ ਜਦੋਂ ਉਹਨਾਂ ਦਾ ਦੂਸਰਾ ਜਨਮ ਹੁੰਦਾ ਹੈ ਨਾ ਤੇ ਬੜੀ ਮਾਇਆ ਧਾਰੀ ਕਿਸੇ ਰਾਜੇ ਦੇ ਘਰੇ ਉਹਨਾਂ ਦਾ ਜਨਮ ਹੁੰਦਾ ਹੈ ਜਿਨ੍ਹਾਂ ਦੇ ਘਰ ਵਿੱਚ ਬੜੇ ਪਦਾਰਥ ਬਹੁਤਾ ਧਨ ਪਦਾਰਥ ਹੁੰਦਾ ਹੈ। ਕਿੰਨਾ ਲੋਕਾਂ ਦਾ ਜਿਹੜੇ ਲੋਕ ਭਗਤੀ ਕਰਦੇ ਨੇ ਭਾਵੇਂ ਕੋਈ ਕਾਮਨਾ ਇੱਛਾ ਰੱਖ ਕੇ ਹੀ ਕਰਦੇ ਹੋਣ ਪਰ ਭਗਤੀ ਬੜੀ ਕਰਦੇ ਹੋਣ ਫਿਰ ਐਸੀ ਭਗਤੀ ਦੇ ਵਿੱਚ ਸੰਗਤ ਜੀ ਤਪੋਂ ਰਾਜ ਦੀ ਪ੍ਰਾਪਤੀ ਹੁੰਦੀ ਹੈ। ਤੇ ਜੇਕਰ ਰਾਜ ਦੇ ਵਿੱਚ ਆ ਕਰਕੇ ਤਪ ਨਾ ਕੀਤਾ ਜਾਵੇ ਫਿਰ ਨਰਕ ਦੀ ਪ੍ਰਾਪਤੀ ਹੁੰਦੀ ਹੈ। ਤਪੋਂ ਰਾਜ ਰਾਜੋ ਨਰਕ ਵਾਲੀ ਖੇਡ ਬਣਦੀ ਹੈ। ਸਤ ਸੰਗਤ ਮਿਲ ਜਨਮ ਸੁਧਾਰੇ। ਤੇ ਫਿਰ ਮਹਾਰਾਜ ਕਹਿੰਦੇ ਭਾਈ ਜਿਹੜੇ ਸਹਿਤ ਕਾਮਨਾ ਦੇ ਰਹਿ ਕਰਕੇ ਭਗਤੀ ਕਰਦੇ ਸੇਵਾ ਸਿਮਰਨ ਕਰਦੇ ਨੇ ਮਹਾਰਾਜ ਸਾਡੀ ਆ ਮੰਗ ਪੂਰੀ ਹੋ ਜਾਵੇ। ਇੰਨੀ ਗੁਰਬਾਣੀ ਪੜਾਂਗੇ ਨੇ ਸਹਿਜ ਪਾਠ ਕਰਾਂਗੇ ਜੇਕਰ ਇਦਾਂ ਵੀ ਹੋ ਜਾਵੇ ਨਾ ਮਹਾਰਾਜ ਕਹਿੰਦੇ ਭਾਈ ਫੇਰ ਵੀ ਉਹਨਾਂ ਦਾ ਦੂਸਰਾ ਜਿਹੜਾ ਜਨਮ ਹੈ ਬੜੇ ਧਨੀ ਦੇ ਘਰੇ ਹੁੰਦਾ ਹੈ ਤੇ ਉਸ ਜਨਮ ਵਿੱਚ ਉਹਨਾਂ ਨੂੰ ਕੋਈ ਕਮੀ ਨਹੀਂ ਰਹਿੰਦੀ। ਸਤ ਸੰਗਤ ਕਰ ਮਿਲ ਜਨਮ ਸੁਧਾਰੇ। ਤੇ ਸਤ ਸੰਗਤ ਕਰਦੇ ਸੇਵਾ ਸਿਮਰਨ ਕਰ ਕਰਕੇ ਜਿਹੜਾ ਇਹ ਜਨਮਾਂ ਮਰਨਾਂ ਦਾ ਬੰਧਨ ਤੋੜਦੇ ਹਨ। ਮੁਕਤ ਲਹੇ ਬੰਧਨ ਕੋ ਤਿਆਗੇ। ਏਦਾਂ ਮੁਕਤ ਹੋ ਜਾਂਦੇ ਨੇ ਜਨਮਾਂ ਮਰਨਾਂ ਦੇ ਬੰਧਨ ਕੱਟਦੇ ਹਨ। ਇਕ ਨਿਸ਼ਕਾਮ ਭਗਤ ਅਨੁਰਾਗੇ। ਤੇ ਜਿਹੜੇ ਬਿਲਕੁਲ ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ ਪਰਾ ਲਬਦ ਬਸ ਜਨਮ ਜ ਧਰਤੇ। ਜੇਕਰ ਕੋਈ ਛੋਟੇ ਮੋਟੇ ਪਾਪ ਦੇ ਕਾਰਨ ਉਹਨਾਂ ਦਾ ਦੂਸਰਾ ਜਨਮ ਹੁੰਦਾ ਹੈ ਸੰਤਨ ਕੇ ਘਰ ਮਹਿ ਅਵਤਰਤੇ। ਫਿਰ ਸੰਤਾਂ ਮਹਾਂਪੁਰਸ਼ਾਂ ਦੇ ਘਰ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਜਿਵੇਂ ਬਾਬਾ ਦਇਆ ਸਿੰਘ ਜੀ ਵਿਧੀ ਚੰਦੀਏ ਹਨ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਅੱਗੇ ਬਾਬਾ ਅਵਤਾਰ ਸਿੰਘ ਜੀ ਹੋਏ ਉਹਨਾਂ ਦੇ ਅੱਗੇ ਪੁੱਤਰ ਬਾਬਾ ਪ੍ਰੇਮ ਸਿੰਘ ਬਾਬਾ ਚਰਨਜੀਤ ਸਿੰਘ ਜੀ ਹੋਏ ਨੇ। ਏਦਾਂ ਸੰਤਾਂ ਮਹਾਂਪੁਰਖਾਂ ਦੇ ਘਰ ਜਿਹੜੇ ਪੁੱਤ ਪੋਤਰੇ ਜੰਮਦੇ ਨੇ ਨਾ ਸੰਗਤ ਜੀ ਉਹ ਪਿਛਲੇ ਕਰਮ ਵਿੱਚ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਹੁੰਦੀ ਹੈ ਐਵੇਂ ਜਨਮ ਨਹੀਂ ਹੁੰਦੇ। ਸੰਗਤ ਜੀ ਇੱਥੇ ਇੱਕ ਭਿਖਾਰੀ ਦੇ ਘਰ ਜਨਮ ਰਿਹਾ ਹੈ ਇੱਕ ਰਾਜੇ ਦੇ ਘਰ ਜਨਮ ਰਿਹਾ ਹੈ ਇੱਕ ਕਿਸੇ ਮਹਾਂਪੁਰਖ ਦੇ ਘਰ ਪੁੱਤ ਪੋਤਰਾ ਜਨਮ ਰਿਹਾ ਹੈ। ਸੰਗਤ ਜੀ ਕਰਮ ਲੈ ਕਰਕੇ ਆਏ ਨੇ ਆਪੋ ਆਪਣੇ ਕਰਮ ਹਨ। ਜਿਨ੍ਹਾਂ ਨੇ ਬਿਲਕੁਲ ਮਾੜੇ ਕਰਮ ਕਾਮ ਕ੍ਰੋਧ ਲੋਭ ਹੰਕਾਰ ਦੇ ਵਸ ਹੋ ਕਰਕੇ ਭੋਗੇ ਨੇ ਉਹ ਭਿਖਾਰੀ ਦੇ ਘਰੇ ਜਨਮ ਰਿਹਾ ਹੈ। ਤੇ ਜਿਨ੍ਹਾਂ ਨੇ ਜੀਵਨ ਅੰਦਰ ਭਗਤੀ ਬੜੀ ਕੀਤੀ ਸੀ ਸੇਵਾ ਸਿਮਰਨ ਬੜਾ ਕੀਤਾ ਸੀ ਪਰ ਇੱਛਾ ਰਹੀ ਸੀ ਮਨ ਵਿੱਚ ਕਿ ਮਹਾਰਾਜ ਆਹ ਕਾਰਜ ਹੋ ਜਾਵੇ ਆਹ ਕੰਮ ਹੋ ਜਾਵੇ ਉਸ ਦੇ ਪ੍ਰਥਾਏ ਬੰਦਗੀ ਕੀਤੀ ਸੀ ਉਹਨਾਂ ਦਾ ਫਿਰ ਸੰਗਤ ਜੀ ਰਾਜਿਆਂ ਦੇ ਘਰੇ ਜਨਮ ਹੁੰਦਾ ਹੈ। ਤੇ ਜਿਹੜੇ ਬਿਲਕੁਲ ਹੀ ਨਿਸ਼ਕਾਮ ਰਹਿੰਦੇ ਨੇ ਰਤੀ ਭਰ ਵੀ ਮਨ ਵਿੱਚ ਕੋਈ ਕਾਮਨਾ ਹੁੰਦੀ ਨਹੀਂ ਉਹਨਾਂ ਦਾ ਜਨਮ ਫਿਰ ਕਿਸੇ ਸੰਤ ਮਹਾਂਪੁਰਖ ਦੇ ਘਰ ਵਿੱਚ ਹੁੰਦਾ ਹੈ। ਕਰਤ
ਭਗਤ ਲਹਿ ਆਤਮ ਗਿਆਨ। ਫਿਰ ਸੰਤ ਮਹਾਂਪੁਰਖ ਦੇ ਘਰ ਜਨਮ ਕਰਕੇ ਏਦਾਂ ਭਗਤੀ ਕਰਦੇ ਨੇ, ਸੇਵਾ ਸਿਮਰਨ ਕਰਦੇ ਹੋਏ ਆਤਮਾ ਦਾ ਗਿਆਨ ਲੈਂਦੇ ਨੇ। ਪ੍ਰਾਪਤ ਹੋਤ ਪੁਨਹੁ ਨਿਰਵਾਨ। ਫਿਰ ਐਸਾ ਜੀਵਨ ਭੋਗ ਕੇ ਜਾਂਦੇ ਨੇ, ਅੰਤਲੇ ਸਮੇਂ ਸੱਚਖੰਡ ਗੁਰੂ ਨਾਨਕ ਦੀ ਗੋਦ ਪ੍ਰਾਪਤ ਹੁੰਦੀ ਹੈ। ਜਿਮ ਸੌਗਾਤ ਬਾਜ ਕਹਿ ਬਾਜੀ। ਜਿਵੇਂ ਰਾਜੇ ਨੂੰ ਭੇਟਾ ਕਰਨ ਵਾਲੀਆਂ ਸੁਗਾਤਾਂ ਬਾਜ ਘੋੜੇ ਹਨ। ਇੱਕ ਪਖ ਦੇਤ ਰਹਿਤ ਪੁਨ ਰਾਜੀ। ਇੱਕ ਤੇ ਉਹ ਲੋਕ ਨੇ ਜਿਹੜੇ ਆਪਣੀ ਮਰਜ਼ੀ ਨਾਲ ਸੁਗਾਤ ਭੇਟਾ ਕਰਦੇ ਤੇ ਰਾਜਾ ਬੜਾ ਰਾਜੀ ਰਹਿੰਦਾ ਹੈ, ਖੁਸ਼ ਰਹਿੰਦਾ ਹੈ। ਇੱਕ ਉਹ ਲੋਕ ਹਨ ਜਿਨ੍ਹਾਂ ਕੋਲੋਂ ਰਾਜਾ ਆਪ ਜਾ ਕੇ ਵਸੂਲਦਾ ਹੈ। ਤਥਾ ਭਜਨ ਕਰ ਸੁਖੀ ਰਹੰਤੇ। ਮਹਾਰਾਜ ਕਹਿੰਦੇ ਆਪ ਰਾਜੇ ਨੂੰ ਸੁਗਾਤ ਭੇਜਣੀ ਤੇ ਏਦਾਂ ਹੈ ਜਿਵੇਂ ਭਜਨ ਕਰਨਾ, ਬੰਦਗੀ ਕਰਨੀ। ਜਿਵੇਂ ਇੱਥੇ ਬੈਠ ਕੇ ਇਸ ਜਨਮ ਵਿੱਚ ਭਜਨ ਬੰਦਗੀ ਰੱਜ ਕੇ ਕਰੀਏ ਤੇ ਅਕਾਲ ਪੁਰਖ ਵਾਹਿਗੁਰੂ ਬੜੇ ਖੁਸ਼ ਹੋਣਗੇ। ਜੇ ਗਿਆਨੀ ਜਗ ਕੂਰ ਲਖੰਤੇ। ਫਿਰ ਐਸਾ ਗਿਆਨ ਆ ਜਾਂਦਾ ਹੈ ਬੰਦਗੀ ਕਰ ਕਰਕੇ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਇਹ ਸਾਰਾ ਸੰਸਾਰ ਝੂਠਾ ਲੱਗਣ ਲੱਗ ਜਾਂਦਾ ਹੈ। ਇਹ ਕੂੜਾ ਝੂਠ ਪਸਾਰਾ ਲੱਗਦਾ ਹੈ। ਤਨ ਅਰ ਕਰਮ ਝੂਠ ਸਭ ਜਾਣੈ। ਇਸ ਪ੍ਰਕਾਰ ਉਹ ਤਨ ਨੂੰ, ਸਰੀਰ ਨੂੰ ਔਰ ਆਪਣੇ ਕਰਮਾਂ ਨੂੰ ਭਾਵ ਸਾਰੀ ਦਿਹਾੜੀ ਕਿਰਤ ਕਰਨਾ ਆਦਿਕ ਮਹਾਰਾਜ ਕਹਿੰਦੇ ਇਸ ਨੂੰ ਝੂਠਾ ਜਾਣ ਲੈਂਦੇ। ਉਹਨਾਂ ਨੂੰ ਪਹਿਚਾਣ ਹੋ ਜਾਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਜੇਕਰ ਢਿੱਡ ਲਾਇਆ ਹੈ ਤੇ ਰੋਜੀ ਵੀ ਦੇਣੀ ਹੈ, ਰੋਟੀ ਵੀ ਉਸ ਨੇ ਦੇਣੀ ਹੈ। ਇਹ ਨਹੀਂ ਕਿ ਸਾਰੀ ਦਿਹਾੜੀ ਮਾਇਆ ਕਮਾਉਂਦੇ ਜੀਵਨ ਬਤੀਤ ਕਰ ਦਿੱਤਾ। ਏਦਾਂ ਝੂਠ ਫਰੇਬ ਕਰਦਿਆਂ ਨੇ ਮਾਇਆ ਬੜੀ ਇਕੱਠੀ ਕਰ ਲਈ, ਵਾਹਿਗੁਰੂ ਦਾ ਨਾਮ ਕਦੇ ਜਪਿਆ ਹੀ ਨਹੀਂ, ਗੁਰੂ ਘਰ ਦਾ ਰਸਤਾ ਕਦੇ ਵੇਖਿਆ ਹੀ ਨਹੀਂ, ਸੇਵਾ ਸਿਮਰਨ ਕਦੇ ਕੀਤਾ ਹੀ ਨਹੀਂ। ਆਪਣਾ ਸਾਰਾ ਜੀਵਨ ਮਾਇਆ ਵਿੱਚ ਗੁਲਤਾਨ ਕਰ ਲਿਆ ਹੈ। ਹੰਤਾ ਮਮਤਾ ਕਬਹੂ ਨਾ ਠਾਨੇ। ਤੇ ਗੁਰਸਿੱਖ ਜੋ ਨਾਮ ਬੰਦਗੀ ਵਾਲੇ ਨੇ ਉਹਨਾਂ ਨੂੰ ਐਸਾ ਗਿਆਨ ਹੋ ਜਾਂਦਾ ਹੈ ਕਿ ਜਿਹੜਾ ਇਹ ਤਨ ਹੈ ਇਹ ਝੂਠਾ ਹੈ, ਇਹ ਸਦਾ ਨਹੀਂ ਰਹਿਣਾ। ਤੇ ਜਿਹੜੀ ਹੰਗਤਾ ਹੰਕਾਰ ਹੈ, ਮਮਤਾ ਮੋਹ ਹੈ, ਇਹ ਕਦੇ ਵੀ ਨਹੀਂ ਠਾਣਦੇ। ਕਿਉਂਕਿ ਜਿਨ੍ਹਾਂ ਦੇ ਨਾਲ ਮੋਹ ਹੈ ਇਹਨਾਂ ਨੇ ਵੀ ਇੱਕ ਦਿਨ ਛੱਡ ਕੇ ਚਲੇ ਜਾਣਾ ਹੈ। ਜਿਨ੍ਹਾਂ ਚੀਜ਼ਾਂ ਦਾ ਹੰਕਾਰ ਹੈ ਇਹ ਇੱਥੇ ਹੀ ਧਰੀਆਂ ਰਹਿ ਜਾਣੀਆਂ ਹਨ। ਜਿਉ ਸੂਰਜ ਢਿੱਗ ਤਮ ਨਹਿ ਜਾਏ। ਜਿਵੇਂ ਭਾਈ ਸੂਰਜ ਦੇ ਆਸ-ਪਾਸ ਹਨੇਰਾ ਨਹੀਂ ਰਹਿੰਦਾ, ਤਥਾ ਕਰਮ ਤਿਨ ਕੋ ਨਾ ਲਿਪਾਏ। ਏਦਾਂ ਹੀ ਮਹਾਰਾਜ ਕਹਿੰਦੇ ਭਾਈ ਉਹਨਾਂ ਲੋਕਾਂ ਦੇ ਕੋਲ ਵਿਸ਼ੇ ਵਕਾਰ ਆਦਿਕ ਜੋ ਸੰਸਾਰ ਦੇ ਰੋਗ ਸੋਗ ਹਨ ਨਹੀਂ ਪਹੁੰਚਦੇ ਜੀ। ਜੀਵਨ ਮੁਕਤ ਵਿਸਾਲ ਆਨੰਦ। ਉਹਨਾਂ ਦਾ ਜੀਵਨ ਮੁਕਤ ਹੋ ਜਾਂਦਾ ਹੈ। ਜੀਵਨ ਵਿੱਚ ਵਿਸਾਲ ਵੱਡੇ ਆਨੰਦ ਵੱਜਦੇ ਨੇ। ਵਿਆਪੇ ਕਬ ਮਨ ਤਨ ਦੁੰਦ। ਕਦੇ ਵੀ ਉਹਨਾਂ ਮਨ ਕਰਕੇ, ਤਨ ਕਰਕੇ, ਸਰੀਰ ਕਰਕੇ ਦੁੱਖ ਨਹੀਂ ਹੁੰਦਾ ਜੀ। ਸਿੱਖ ਬੂਝੈ ਤਿਨ ਕਰਮ ਮਹਾਨੇ। ਗੁਰੂ ਕੇ ਸਿੱਖਾਂ ਨੇ ਪੁੱਛਿਆ ਮਹਾਰਾਜ ਫਿਰ ਇਹ ਤੇ ਨਾਮ ਜਪਣਾ, ਸੇਵਾ ਸਿਮਰਨ ਕਰਨਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬੰਦਗੀ ਕਰ ਕਰਕੇ ਖੁਸ਼ ਕਰਨਾ, ਇਹ ਤੇ ਬੜਾ ਵੱਡਾ ਕਰਮ ਹੈ ਜੀ। ਕਿਮ ਭੋਗੇ ਬਿਨ ਹੋਵਤ ਹਾਨੇ। ਮਹਾਰਾਜ ਫਿਰ ਇਸ ਕਰਮ ਨੂੰ ਕਰਦਿਆਂ ਜਿਹੜੇ ਰੋਗ ਸੋਗ ਹਨ, ਭੋਗ ਪਦਾਰਥ ਹਨ, ਵਿਸ਼ੇ ਵਕਾਰ ਸਭ ਨਾਸ਼ ਹੋ ਜਾਂਦੇ ਨੇ। ਗੁਰੂ ਕਹਿਓ ਸੇਵਕ ਲੈ ਪੁੰਨ। ਮਹਾਰਾਜ ਕਹਿੰਦੇ ਭਾਈ ਗੁਰਸਿੱਖੋ ਜਿਹੜੇ ਸੇਵਕ ਬਣ ਕੇ ਰਹਿੰਦੇ ਨੇ ਨਾ, ਗੁਰੂ ਘਰ ਦੇ ਸੇਵਕ ਬਣ ਕੇ ਰਹਿੰਦੇ ਨੇ, ਉਹ ਐਸੇ ਪੁੰਨਾਂ ਤਾਈਂ ਪ੍ਰਾਪਤ ਕਰਦੇ ਨੇ। ਨਿੰਦਕ ਅਗਲੇ ਜੇ ਦੁਖ ਜਨ। ਤੇ ਜਿਹੜੇ ਨਿੰਦਕ ਹੁੰਦੇ ਨੇ ਉਹ ਪਾਪ ਇਕੱਠੇ ਕਰ ਲੈਂਦੇ ਨੇ, ਉਹ ਦੁੱਖਾਂ ਨੂੰ ਸਹੇੜ ਲੈਂਦੇ ਹਨ। ਬ੍ਰਹਮ ਗਿਆਨੀ ਨਿਰਲੇਪ ਸਦੀਵ। ਬ੍ਰਹਮ ਨੂੰ ਜਪਦਿਆਂ ਗੁਰੂ ਨੂੰ ਜਪਦਿਆਂ ਐਸਾ ਗਿਆਨ ਹੋ ਜਾਂਦਾ ਹੈ, ਵਿਸ਼ੇ ਵਕਾਰਾਂ ਤੋਂ ਨਿੰਦਿਆ, ਝੂਠ ਚੁਗਲੀ ਤੋਂ, ਝੂਠ ਤੋਂ ਨਿਰਲੇਪ ਹੋ ਜਾਈਦਾ ਹੈ। ਫਲ ਕਰਮ ਤਿਨਹੁ ਕੋ ਥੀਵ। ਮਹਾਰਾਜ ਕਹਿੰਦੇ ਫਿਰ ਜਿਨ੍ਹਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਭਾਈ, ਉਹਨਾਂ ਦਾ ਪਾਪਾਂ ਪੁੰਨਾਂ ਨਾਲ ਕੋਈ ਵਾਸਤਾ ਨਹੀਂ ਰਹਿੰਦਾ। ਐਸੇ ਸੁਨ ਕਰ ਗੁਰ ਕੇ ਬੈਨ।
ਐਸੇ ਜਦੋਂ ਗੁਰੂ ਕੇ ਬਚਨਾਂ ਨੂੰ ਇਹਨਾਂ ਗੁਰਸਿੱਖਾਂ ਤਾਈਂ ਸੁਣਿਆ ਹੈ। ਸਿੱਖਣ ਪਾਈ ਹਿਰਦੇ ਚੈਨ। ਤੇ ਗੁਰਸਿੱਖਾਂ ਨੂੰ ਸੰਗਤ ਜੀ ਚੈਨ ਆਇਆ ਹੈ। ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜਿਹੜਾ ਮਨੁੱਖ ਹੈ 84 ਲੱਖ ਜੂਨਾਂ ਨੂੰ ਭੋਗ ਕਰਕੇ ਇਸ ਸੰਸਾਰ ਤੇ ਆ ਕੇ ਦੋ ਪ੍ਰਕਾਰ ਦੇ ਕਰਮ ਕਰਦਾ ਹੈ, ਇੱਕ ਚੰਗੇ ਨੇ ਇੱਕ ਮਾੜੇ ਨੇ, ਇੱਕ ਪਾਪ ਹੈ ਇੱਕ ਪੁੰਨ ਹੈ। ਤੇ ਮਹਾਰਾਜ ਇਹਨਾਂ ਦਾ ਲੇਖਾ ਜੋਖਾ ਕਿਵੇਂ ਹੁੰਦਾ ਹੈ? ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਮਝਾਇਆ, ਭਾਈ ਇੱਕ ਤੇ ਵੇਹਤ ਕਰਮ ਹੁੰਦੇ ਨੇ ਜਿਹੜੇ ਚੰਗੇ ਕਰਮ ਗੁਰੂ ਕਰਨ ਲਈ ਕਹਿੰਦਾ ਹੈ, ਇੱਕ ਅਵੇਹਤ ਕਰਮ ਹੁੰਦੇ ਨੇ ਜਿਨ੍ਹਾਂ ਤੋਂ ਗੁਰੂ ਰੋਕਦਾ ਹੈ। 4 ਬੱਜਰ ਕਰੇ ਤਾਂ ਵਿਸ਼ੇ ਵਿਕਾਰ ਆਦਿ ਭਾਈ ਇਹ ਨਹੀਂ ਕਰਨੇ। ਜਿਹੜੇ ਵੇਹਤ ਕਰਮ ਕਰਦੇ ਨੇ ਉਹ ਤੇ ਗੁਰੂ ਕੇ ਚਰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਸੁਖ ਪਾਉਂਦੇ ਨੇ। ਜਿਹੜੇ ਮਨ ਮਰਜ਼ੀ ਦੇ ਨਾਲ ਅਵੇਹਤ ਕਰਮ ਕਰਦੇ ਨੇ ਭਾਈ ਉਹਨਾਂ ਨੂੰ ਨਰਕਾਂ ਦੀਆਂ ਸਜ਼ਾਵਾਂ, ਜਮਾਂ ਦੇ ਦੰਡ, ਧਰਮ ਰਾਜੇ ਦੀ ਕਚਹਿਰੀ ਵਿੱਚ ਸਜ਼ਾਵਾਂ ਭੋਗਣੀਆਂ ਪੈਂਦੀਆਂ ਨੇ। ਐਸੇ ਸੁਣ ਕਰ ਗੁਰ ਕੇ ਬਹਿਣ, ਗੁਰੂ ਕੀ ਐਸੀ ਸਿੱਖਿਆ ਸੁਣ ਕਰਕੇ ਸਿੱਖਣ ਪਾਈ ਹਿਰਦੇ ਚੈਨ। ਗੁਰਸਿੱਖਾਂ ਦੇ ਹਿਰਦੇ ਨੂੰ ਚੈਨ ਆਇਆ ਹੈ। ਸੰਗਤ ਜੀ ਸੋਝੀ ਆਈ ਹੈ, ਸਮਝ ਆਈ ਹੈ ਕਿ ਗੁਰੂ ਮਹਾਰਾਜ ਬਿਨ ਬੋਲਿਆ ਸਭ ਕੁਝ ਜਾਣਦਾ। ਮਹਾਰਾਜ ਤੇ ਅੱਗੇ ਬੋਲਣ ਦੀ ਲੋੜ ਹੀ ਨਹੀਂ, ਮਹਾਰਾਜ ਸਭ ਕੁਝ ਜਾਣਨਹਾਰ ਹਨ। ਇਸ ਲਈ ਇਹਨਾਂ ਗੁਰਸਿੱਖਾਂ ਨੇ ਫਿਰ ਸੇਵਾ ਕੀਤੀ, ਸਿਮਰਨ ਕੀਤਾ, ਆਪਣਾ ਲੋਕ ਪਰਲੋਕ ਸਵਾਰਿਆ ਹੈ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਕਾ ਇਤਿਹਾਸ, ਗੁਰੂ ਕਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਸੇਵਾ ਸਿਮਰਨ ਕਰਦੇ, ਸਤ ਸੰਗਤ ਕਰਦੇ, ਨਾਮ ਜਪਦੇ ਆਪਣਾ ਜੀਵਨ ਬਤੀਤ ਕਰਨਾ ਜੀ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਅੱਜ ਦੀ ਸਮਾਪਤੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣਿਆ ਸ਼ਬਦੋ ਤਾ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ, ਹਰਿ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵਈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵਈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੀ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁਖਾ ਸਭ ਗਵਾਇਆ। ਪਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਇਆ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਨੋ ਸੰਤ ਹੋ, ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ, ਦਾਇਆ ਖੇਲਾ ਸਗਲ ਜਗ
ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।